ਸ੍ਰੀ ਵਾਹਿਗੁਰੂ ਜੀ ਮੰਨੈ ਮਾਰਗ ਠਾਕ ਨ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਚਲਦੀ ਹੋਈ ਲੜੀਵਾਰ ਵਿਚਾਰ ਜਪਜੀ ਸਾਹਿਬ ਦੀਆਂ 13 ਪੌੜੀਆਂ ਹੋ ਚੁੱਕੀਆਂ ਹਨ। 14ਵੀਂ ਪੌੜੀ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਕੇ ਅੰਮ੍ਰਿਤ ਵਚਨ ਬਖਸ਼ ਦੇਣ, ਸੁਣਨਾ ਕਰੋ ਜੀ। ਸ੍ਰੀ ਵਾਹਿਗੁਰੂ ਜੀ ਮੰਨੈ ਮਾਰਗ ਠਾਕ ਨ ਪਾਏ। ਸਤਿਗੁਰੂ ਮਹਾਰਾਜ ਸਾਹਿਬ ਜੀ ਸਿੱਧਾਂ ਨਾਲ ਚਰਚਾ ਕਰਦਿਆਂ ਹੋਇਆਂ ਮੰਨਣ ਗਿਆਨ ਤੇ ਜਿਸ ਨੂੰ ਸੁਣਨ ਤੋਂ ਬਾਅਦ ਇਸ ਦੀ ਮਹਾਨਤਾ ਮੰਨਣ ਦੀ ਦੱਸਦੇ ਹੋਏ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ ਕਿ ਮੰਨੈ ਮਾਰਗ ਠਾਕ ਨਾ ਪਾਏ। ਕਿ ਇਹ ਸਿੱਧੋ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਮੰਨੈ ਕਹੀਏ, ਮੰਨਣ ਕਰ ਲੈਣ ਜਾਂ ਮੰਨਣ ਕਰਦੇ ਨੇ, ਉਹਨਾਂ ਨੂੰ ਪਰਲੋਕ ਦਾ ਜਿਹੜਾ ਰਸਤਾ ਹੈ, ਮਾਰਗ ਦਾ ਅਰਥ ਰਸਤਾ ਹੁੰਦਾ ਹੈ। ਪਰਲੋਕ ਦੇ ਰਸਤੇ ਦੇ ਵਿੱਚ ਜਮਦੂਤ ਕਿਸੇ ਪ੍ਰਕਾਰ ਦੀ ਠਾਕ ਨਾਮ ਰੁਕਾਵਟ ਦਾ ਹੈ। ਰੁਕਾਵਟ ਨਹੀਂ ਪਾ ਸਕਦੇ, ਰੋਕ ਨਹੀਂ ਸਕਦੇ, ਕਿਉਂਕਿ ਉਹਨਾਂ ਦੇ ਕੋਲ ਨਾਮ ਦਾ ਪ੍ਰਤਾਪ ਹੈ ਤੇ ਕਿਸੇ ਪ੍ਰਕਾਰ ਵੀ ਵਿਘਨ ਨਹੀਂ ਪਾ ਸਕਦੇ। ਤੇ ਜੋ ਭਿਆਨਕ ਰਸਤਾ ਪਰਲੋਕ ਦਾ ਸ਼ਾਸਤਰਾਂ ਵਿੱਚ ਕਥਨ ਕੀਤਾ ਹੈ ਔਰ ਗੁਰਬਾਣੀ ਦੇ ਵਿੱਚ ਵੀ ਇਹ ਰਸਤੇ ਦਾ ਬਿਆਨ ਹੈ। ਜੇ ਮਾਰਗ ਕੇ ਗਨੇ ਜਾਹੇ ਨ ਕੋਸਾ, ਹਰ ਕਾ ਨਾਮ ਉਹਾਂ ਸੰਤੋਸਾ। ਇਹਨਾਂ ਸ਼ਬਦਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਉੱਥੇ ਰਸਤੇ ਦੇ ਵਿੱਚ ਕਰੋੜਾਂ ਸੂਰਜਾਂ ਦੀ ਧੁੱਪ ਦਾ ਸੇਕ, ਇੱਕ ਸੂਰਜ ਦੀ ਧੁੱਪ ਜਿਹੜੀ ਹੈ ਜੇਠ ਦੇ ਮਹੀਨੇ ਸਹਿਨ ਨਹੀਂ ਹੁੰਦੀ, ਕਰੋੜਾਂ ਸੂਰਜਾਂ ਦੀ ਤਪਸ਼। ਇਸ ਕਰਕੇ ਉਸ ਨੂੰ ਮਹਾਂ ਭਿਆਨ ਕਿਹਾ। ਜੈ ਮਹਾਂ ਭਿਆਨ ਤਪਤ ਬਹੁ ਕਾਮ, ਕਾਮ ਨਾਮ ਧੁੱਪ ਦਾ ਹੈ। ਜਿੱਥੇ ਭਿਆਨਕ ਧੁੱਪ ਤਪ ਰਹੀ ਹੈ ਉੱਥੇ ਉਸ ਰਸਤੇ ਨੂੰ ਪੁੰਨੀਆਂ ਨੂੰ ਜਾਣਾ ਪੈਂਦਾ ਹੈ ਤੇ ਪਾਪੀਆਂ ਨੂੰ ਜਾਣਾ ਪੈਂਦਾ। ਜਿਹੜੇ ਪਾਪ ਕਰਦੇ ਨੇ ਉਹ ਵੀ ਉਸੇ ਰਸਤੇ ਜਾਂਦੇ ਨੇ, ਜਿਹੜੇ ਪੁੰਨ ਕਰਦੇ ਨੇ ਜਾਣਾ ਉਹਨਾਂ ਨੂੰ ਵੀ ਉਸੇ ਰਸਤੇ ਪੈਂਦਾ। ਤੇ ਉਸ ਮਾਰਗ ਦੇ, ਕਿਉਂਕਿ ਪੁੰਨ ਪਾਪ ਜੋ ਬੀਜਦੇ ਸਭ ਧਰਮ ਰਾਏ ਕੇ ਜਾਹੀ। ਪੁੰਨੀਆਂ ਤੇ ਪਾਪੀਆਂ ਨੂੰ ਧਰਮ ਰਾਜ ਦੇ ਜਾਣਾ ਹੀ ਪਏਗਾ। ਇਸ ਕਰਕੇ ਜਦੋਂ ਉੱਥੇ ਜਾਂਦੇ ਆ ਫਿਰ ਰਸਤੇ ਦੇ ਵਿੱਚ ਜੀਵ ਨੂੰ ਪਿਆਸ ਲੱਗਦੀ ਹੈ। ਉਹਨਾਂ ਨੂੰ ਕਹਿੰਦਾ ਵੀ ਭਾਈ ਚਲੋ ਲੇਖਾ ਜੋਖਾ ਦਾ ਧਰਮਰਾਜ ਦੀ ਕਚਹਿਰੀ 'ਚ ਹੋਣਾ ਹੈ। ਜਿਵੇਂ ਪੁਲਿਸ ਵਾਲੇ ਕਿਸੇ ਨੂੰ ਫੜ ਕੇ ਲੈਂਦੇ ਜਾਂਦੇ ਹੋਣ, ਉਹਨਾਂ ਨੂੰ ਕਹਿੰਦਾ ਵੀ ਤੁਸੀਂ ਥਾਣੇ 'ਚ ਤਾਂ ਜਿਹੜਾ ਕੁਝ ਹੋਊਗਾ, ਤੁਸੀਂ ਮੈਨੂੰ ਪਾਣੀ ਤਾਂ ਪੀ ਲੈਣ ਦਿਓ। ਜਿਵੇਂ ਇੱਥੇ ਰਿਸ਼ਤਾਂ ਚੱਲਦੀਆਂ ਨੇ, ਪੁਲਿਸ ਵਾਲੇ ਕਹਿਣ ਵੀ ਪਾਣੀ ਦੇ ਦਾਂਗੇ, ਪੈਸੇ ਦੇ ਸਾਨੂੰ ਕਿੰਨੇ ਦਿੰਦੇ, ਰੋਟੀ ਦੇ ਦਿੰਦੇ ਆ, ਦੱਸ ਤੂੰ ਕੀ ਹੈ। ਪਰ ਲੋਕ ਦੇ ਵਿੱਚ ਉੱਥੇ ਇਹ ਕਰੰਸੀ ਤਾਂ ਨਹੀਂ ਚੱਲਦੀ। ਜਿਹੜੇ ਜੀਵ ਨੇ ਪੁੰਨ ਕਰਮ ਕੀਤੇ ਹੁੰਦੇ ਨੇ ਤੇ ਪਿਆਸ ਲੱਗੀ, ਉਹ ਕਹਿੰਦੇ ਪਾਣੀ, ਉਹ ਕਹਿੰਦੇ ਵੀ ਤੂੰ ਮਾਤ ਲੋਕ ਦੇ ਵਿੱਚ ਪਾਣੀ ਪਿਆਇਆ ਸੀ ਕਿਸੇ ਨੂੰ, ਉਹਦਾ ਪੁੰਨ ਕਰਮ ਤੇਰੇ ਕੋਲ ਹੈ, ਤੂੰ ਪੁੰਨ ਕਰਮ ਸਾਨੂੰ ਦੇ ਦੇ, ਪਾਣੀ ਤੈਨੂੰ ਅਸੀਂ ਦੇ ਦਿੰਦੇ ਹਾਂ। ਐਂ ਸੌਦਾ ਹੁੰਦਾ ਉੱਥੇ। ਤੂੰ ਲੋਕਾਂ ਨੂੰ ਖਾਣਾ ਖਵਾਇਆ ਸੀ, ਅਸੀਂ ਤੈਨੂੰ ਖੁਰਾਕ ਦੇ ਦਿੰਦੇ ਹਾਂ। ਤੂੰ ਛਤਰੀ ਦਾਨ ਕੀਤੀ ਸੀ, ਅਸੀਂ ਤੈਨੂੰ ਛਤਰੀ ਦੇ ਦਿੰਦੇ ਹਾਂ, ਪਰ ਪੁੰਨ ਸਾਨੂੰ ਦੇ ਦੇ। ਤੂੰ ਇਸ ਕਰਕੇ ਮਹਾਰਾਜ ਸਾਹਿਬ ਨੇ ਜਿਹੜਾ ਇਹ ਕਿਹਾ ਕਿ ਜੋ ਪੁੰਨ ਔਰ ਪਾਪ ਕਰਨ ਵਾਲੇ ਨੇ, ਪਖੰਡ ਦੇ ਸਹਿਤ ਕਰਮ ਕਰਦੇ ਹੈ, ਕਾਮ ਕਰਮ ਕਰਦੇ ਨੇ, ਦਿਖਾਵੇ ਵਾਲਾ ਧਰਮ ਹੈ, ਕਰਮ ਧਰਮ ਪਾਖੰਡ ਜੋ ਦੀਸ ਹੈ। ਕੀ ਹੁੰਦਾ ਕਿ ਤਿੰਨ ਜਮ ਜਾਗਾਤੀ
ਲੁੱਟ ਹੈ। ਰਸਤੇ 'ਚ ਐਂ ਲੁੱਟਿਆ ਜਾਂਦਾ ਜੀ। ਨਿਰਵਾਣ ਕੀਰਤਨ ਗਾਵਹੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਮੰਨੈ ਮਾਰਗ ਠਾਕ ਨਾ ਪਾਏ, ਠਾਕ ਨਾ ਹੋਤੀ ਤਿਹੁ ਦਰ। ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੋਇਆ ਜੇ ਹੋਵੋ ਸੋ ਪ੍ਰਸੰਨ, ਜਿਹਦੇ ਤੇ ਵਾਹਿਗੁਰੂ ਪ੍ਰਸੰਨ ਹੋਵੇ। ਜਹ ਲਾਲਚ ਜਾਗਾਤੀ ਘਾਟ, ਦੂਰ ਰਹੀ ਉਹ ਜਨਤੇ ਬਾਟ। ਚਿਤਰਗੁਪਤ ਜੋ ਲਿਖਤੇ ਲੇਖਾ, ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ। ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈ ਹੈ। ਉਹਨਾਂ ਨੂੰ ਫਿਰ ਨਾ ਠਾਕ ਕਹੀਏ, ਰੁਕਾਵਟ ਨਹੀਂ ਪੈਂਦੀ। ਗੁਰਬਾਣੀ 'ਚ ਹੋਰ ਬੜੇ ਪ੍ਰਮਾਣ ਨੇ ਦੇ। ਤੋ ਇਸ ਕਰਕੇ ਅਨੇਕਾਂ ਪ੍ਰਲੋਕ ਦੀਆਂ ਰੁਕਾਵਟਾਂ ਅਨੇਕਾਂ ਨੂੰ ਪਈਆਂ ਨੇ। ਇਹਦੇ ਬੜੇ ਪ੍ਰਸੰਗ ਨੇ। ਇਹਦੇ ਨਾਲ ਹੀ ਜਿਨ੍ਹਾਂ ਨੇ ਉਸ ਮਾਰਗ ਤੇ ਜਾਣ ਵਾਲੇ ਸੰਤਾਂ ਨੂੰ ਰੋਕਿਆ, ਉਹਨਾਂ ਨੂੰ ਬੜਾ ਮਹਿੰਗਾ ਸੌਦਾ ਪਿਆ ਹੈ। ਬ੍ਰਹਮਾ ਦੇ ਪੁੱਤਰਾਂ ਦੇ ਵਿੱਚੋਂ ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ, ਇਹ 4 ਪੁੱਤਰਾਂ ਦੀ ਬੜੀ ਗੱਲ ਗੁਰਬਾਣੀ 'ਚ ਵੀ ਆਉਂਦੀ। ਇਹਨਾਂ ਦੀ ਅਵਸਥਾ ਜਿਹੜੀ ਹੈ ਉਸ ਤਰ੍ਹਾਂ ਦਾ ਭਾਵੇਂ ਪਤਾ ਨਹੀਂ ਕਿੰਨੇ ਯੁੱਗ ਬੀਤ ਗਏ, ਅਮਰ ਨੇ। ਇਹਨਾਂ ਨੇ ਪ੍ਰਭੂ 'ਚ ਲੀਨ ਹੋਣਾ ਨਹੀਂ ਮੰਗਿਆ। ਕਹਿੰਦੇ ਵੱਖਰੇ ਰਹਿ ਕੇ ਭਗਤੀ ਦਾ ਹੀ ਰਸ ਲੈਣਾ ਸੀ। ਤੇ ਪਰਮਾਤਮਾ ਦੀ ਬਖਸ਼ਿਸ਼ ਇਹਨਾਂ ਕੋਲ ਪ੍ਰਾਪਤ ਹੈ ਵੀ ਜਿੰਨਾ 4.5 ਸਾਲ ਦੇ ਬੱਚੇ ਦਾ ਸਰੀਰ ਰਹਿੰਦਾ ਹੈ, ਵੀ ਇਦੋਂ ਵੱਧ ਸਰੀਰ ਵਧੇ ਨਾ ਸਾਡਾ। ਸਾਡੀ ਸਰੀਰ ਦੀ ਅਵਸਥਾ ਤਾਂ ਰਹੇ ਬੱਚਿਆਂ ਵਾਲੀ, 5 ਸਾਲ ਤੋਂ ਉੱਪਰ ਨਾ ਜਾਵੇ। ਜਦੋਂ ਜਵਾਨੀ ਆਏਗੀ, ਵਿਸ਼ੇ ਵਿਕਾਰਾਂ ਦੀ ਹਨੇਰੀ ਆਏਗੀ, ਰੱਬ ਤੋਂ ਦੂਰ ਲੈ ਜਾਏਗੀ ਹਨੇਰੀ ਚੁੱਕ ਕੇ ਸਾਨੂੰ। ਇਸ ਕਰਕੇ ਸਾਨੂੰ ਜਵਾਨੀ ਨਹੀਂ ਚਾਹੀਦੀ। ਬੁਢਾਪੇ ਦੇ ਵਿੱਚ ਕੁਝ ਹੁੰਦਾ ਨਹੀਂ, ਇਸ ਕਰਕੇ ਸਾਨੂੰ ਤਾਂ ਬੱਚੇ ਹੀ ਰਹਿਣ ਦਿਓ। ਉਹ ਪਰਮਾਤਮਾ ਦੇ ਬੜੇ ਪਿਆਰੇ ਭਗਤ ਨੇ ਚਾਰੇ। ਇਹਨਾਂ ਦੇ ਮਨ ਦੇ ਵਿੱਚ ਖਿਆਲ ਹੋ ਗਿਆ ਵੀ ਪ੍ਰਭੂ ਜੀ ਦੇ ਦਰਸ਼ਨ ਕਰੀਏ। ਬੈਕੁੰਠ ਵਾਸੀ ਦੇ, ਬੈਕੁੰਠ ਦੇ ਦਰਬਾਨ 'ਚ ਹੀ ਨਹੀਂ ਜੈ ਵਜਾਏ। ਜਦੋਂ ਉੱਥੇ ਗਏ ਉਹਨਾਂ ਨੇ ਰੋਕ ਲਏ। ਉਹ ਕਹਿੰਦੇ ਤੁਸੀਂ ਕੌਣ ਹੋ ਰੋਕਣ ਵਾਲੇ? ਸਿਮਰਨ ਕਰਨ ਵਾਲਿਆਂ ਨੂੰ ਤਾਂ ਕੋਈ ਰੋਕ ਹੀ ਨਹੀਂ ਸਕਦਾ। ਅਸੀਂ ਨਾਮ ਦਾ ਮੰਨਣ ਕੀਤਾ ਹੈ, ਮੰਨਣਾ ਹੈ, ਮਾਰਗ ਠਾਕ ਨਾ ਪਾਏ। ਉਲਟੀ ਰੀਤ ਕਿਉਂ ਕਰਦੇ? ਤੁਸੀਂ ਕਿਉਂ ਰੋਕਦੇ? ਉਹ ਕਹਿੰਦੇ ਨਹੀਂ, ਇਸ ਵੇਲੇ ਨਹੀਂ ਤੁਸੀਂ ਜਾ ਸਕਦੇ। ਭਗਵਾਨ ਜੀ ਲక్ష్ਮੀ ਦੇ ਸਹਿਤ ਆਰਾਮ ਕਰ ਰਹੇ ਨੇ। ਉਹ ਕਹਿੰਦਾ ਵੀ ਬੱਚਾ ਅੱਧੀ ਰਾਤ ਵੀ ਮਾਂ ਦੇ ਗਲ ਨੂੰ ਚਿੰਬੜ ਸਕਦਾ ਜਾ ਕੇ, ਪਿਓ ਦੇ ਗਲ ਨੂੰ ਚਿੰਬੜ ਸਕਦਾ ਜਾ ਕੇ। ਅੱਧੀ ਰਾਤ ਵੀ ਬੱਚਾ ਉੱਠ ਕੇ ਰੋ ਪਵੇ, ਮਾਂ ਉਸੇ ਵੇਲੇ ਨੂੰ ਛਾਤੀ ਲਾਉਂਦੀ ਹੈ, ਪ੍ਰਭੂ ਸਾਡਾ ਮਾਤਾ ਪਿਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੁਸੀਂ ਕੌਣ ਰੋਕਣ ਵਾਲੇ? ਝਗੜਾ ਹੋ ਗਿਆ। ਉਹ ਕਹਿੰਦੇ ਅਸੀਂ ਜਾਣ ਨਹੀਂ ਦੇਣੇ। ਉਹ ਕਹਿੰਦੇ ਮੈਂ ਜਾਣਾ ਹੈ। ਅਖੀਰ ਦੇ ਵਿੱਚ ਕਹਿੰਦੇ ਚੰਗਾ। ਉਹ ਮਹਾਂਪੁਰਸ਼ਾਂ ਦੀ ਰਸਨਾ ਦੇ ਉੱਤੇ ਬਰਕਤਾਂ। ਕਹਿੰਦੇ ਹੁਣ ਤੁਸੀਂ ਬੈਕੁੰਠ ਵਿੱਚ ਰਹਿਣ ਦੇ ਲਾਇਕ ਨਹੀਂ ਰਹੇ, ਤੇ ਜਾਓ ਮਾਤ ਲੋਕ 'ਚ ਜੰਮੀ ਜਾਓ ਤੇ ਮਰੀ ਜਾਓ। ਸ਼ਰਾਪ ਦੇਤਾ। ਖੇਡ ਸਾਰੀ ਭਗਵਾਨ ਜੀ ਦੀ। ਉਹਨੇ ਹੀ ਮਨ ਪ੍ਰੇਰਿਆ ਸੰਤਾਂ ਦਾ, ਉਹਨਾਂ ਨੇ ਵਿਰਿਆ ਜੈ ਭਜਦਾ। ਕਿਉਂਕਿ ਲక్ష్ਮੀ ਨੇ ਕਿਹਾ ਸੀ ਤੁਹਾਡੇ ਅੰਗ ਬੜੇ ਨਰਮਨ, ਜੇ ਰਾਖਸ਼ਾਂ ਨਾਲ ਲੜਨਾ ਪੈ ਜਾ ਕਿਵੇਂ ਲੜੋਗੇ? ਕਹਿੰਦੇ ਫਿਰ ਲੜ ਕੇ ਦਿਖਾ ਦਈਏ ਤੈਨੂੰ। ਕਹਿੰਦੇ ਜੀ ਹਾਂ, ਇਹ ਖੇਡ ਤਾਂ ਬਣਾਈ ਪਰਮੇਸ਼ਰ ਜੀ। ਨੱਠ ਕੇ ਬਾਹਰ ਆਏ, ਕਹਿਣ ਲੱਗੇ ਜੈ ਬਜਾਏ ਨੂੰ, ਉਹ ਭਾਈ ਇਹਨਾਂ ਨੂੰ ਨਾ ਰੋਕੋ। ਅੱਛਾ ਪ੍ਰਭੂ ਜੀ ਗਲਤੀ ਹੋ ਗਈ। ਕਹਿੰਦੇ ਸੰਤੋ ਕੋਈ ਸ਼ਰਾਪ ਤਾਂ ਨਹੀਂ ਦੇਤਾ ਮੇਰੇ ਜੈ ਬਜਾਏ ਨੂੰ? ਕਹਿੰਦੇ ਮਹਾਰਾਜ ਚੱਲ ਗਿਆ ਤੀਰ ਹੁਣ ਤਾਂ। ਉਹ ਰੋਣ, ਕਹਿੰਦੇ ਮਹਾਰਾਜ ਅਸੀਂ ਤਾਂ ਪੱਟੇ ਗਏ, ਸਾਨੂੰ ਤਾਂ ਸ਼ਰਾਪ ਹੋ ਗਿਆ ਵੀ ਤੁਸੀਂ ਇੱਥੇ ਰਹਿ ਨਹੀਂ ਸਕਦੇ। ਭਗਵਾਨ ਜੀ ਕਹਿੰਦੇ ਸੰਤੋ ਤੁਸੀਂ ਵੀ ਕਾਹਲੀ ਕਰਕੇ ਸ਼ਰਾਪ ਦੇਣ ਲੱਗੇ। ਇਹਨਾਂ ਨੂੰ ਵੀ ਰੋਕਣਾ ਨਹੀਂ ਸੀ ਚਾਹੀਦਾ, ਕਿਉਂਕਿ ਤੁਹਾਨੂੰ ਰੁਕਾਵਟ ਨਹੀਂ ਸੀ ਪੈ ਸਕਦੀ। ਉਹ ਹੁਣ ਸ਼ਰਨਾਗਤ ਹੋਏ। ਭਗਵਾਨ ਜੀ ਕਹਿੰਦੇ ਵੀ ਹਰ ਜੀ ਸੇ ਹਰ ਜਨ ਬੜੇ, ਹਰ ਜੀ ਸੇ ਹਰ ਜਨ ਬੜੇ, ਯਹੀ ਨੇਤ ਭਗਵਾਨ। ਵੀ ਇਹ ਤਾਂ ਨੇਤ ਹੈ, ਇੱਛਾ। ਭਗਵਾਨ ਜੀ ਕਹਿੰਦੇ ਵੀ ਹੁਣ ਜੇ ਸ਼ਰਾਪ ਬਖਸ਼ ਸਕਦੇ ਨੇ ਤਾਂ ਇਹੀ ਬਖਸ਼ ਸਕਦੇ। ਇਹਨਾਂ ਦੇ ਚਰਨ ਫੜੋ ਸੰਤਾਂ ਦੇ। ਮੇਰੇ ਰਾਮ ਰਾਜ ਤੂੰ ਸੰਤਾਂ ਕਾ ਸੰਤ ਤੇਰੇ। ਆਪਣੇ ਸੰਤ ਤੁਧ ਖਰੇ ਪਿਆਰੇ। ਸੰਤਾਂ ਦੀ ਉਪਮਾ ਕਰਾਉਂਦਾ, ਕਿਉਂਕਿ ਸੰਤ ਉਹਦੀ ਉਪਮਾ ਕਰਦੇ। ਉਹਨਾਂ ਨੇ ਚਰਨ ਫੜ ਲਏ। ਸੰਤੋ ਖਿਮਾ ਕਰ ਦਿਓ,
ਸਾਨੂੰ ਜ਼ਿੰਮੇਵਾਰੀ ਰੱਬ ਨੇ ਇਹ ਜਿਹੀ ਦਿੱਤੀ ਹੈ, ਸਾਨੂੰ ਕੀ ਪਤਾ ਸੀ ਵੀ ਏਡੇ ਵੱਡੇ ਰੱਬ ਦੇ ਪਿਆਰੇ ਹੋ ਤੁਸੀਂ। ਉਹ ਕਹਿੰਦੇ ਵੀ ਹੁਣ ਤੀਰ ਤਾਂ ਗਿਆ ਚੱਲ, ਇਹ ਮੁੜਨਾ ਤਾਂ ਨਹੀਂ ਹੈ, ਵੀ ਇਹਦੀ ਥੋੜੀ ਜਿਹੀ ਦਿਸ਼ਾ ਬਦਲ ਦਿੰਦੇ ਆ। ਇਹ ਦੱਸੋ, ਕਹਿੰਦੇ ਤੁਹਾਡਾ ਸਰਾਫ ਜਿਹੜਾ ਹੈ ਉਹਨੂੰ ਸੀਮਿਤ ਕਰ ਦਿੰਦੇ ਆ, ਵੀ ਇਦੋਂ ਬਾਅਦ ਤੁਸੀਂ ਇਸੇ ਪਦਵੀ ਤੇ ਆ ਜਾਓ। ਤੁਹਾਡਾ ਇਹੀ ਹੈ ਨਾ ਵੀ ਅਸੀਂ ਮੁੜ ਕੇ ਇੱਥੇ ਆ ਜਾਈਏ, ਭਗਵਾਨ ਤੋਂ ਬਿਨਾਂ ਰਹਿ ਨਹੀਂ ਸਕਦੇ। ਕਹਿੰਦੇ ਵੀ ਤੁਸੀਂ ਹੁਣ ਨਿਰਣਾ ਕਰ ਲਓ, ਚੋਣ ਤੁਸੀਂ ਕਰ ਲਓ, ਤੁਹਾਨੂੰ 2 ਰਸਤੇ ਦੱਸਦੇ ਆ। ਕਹਿੰਦੇ ਜੀ ਦੱਸੋ। 7 ਜਨਮ ਸੀਮਿਤ ਕਰ ਦਿੰਦੇ ਆ, ਵੀ 7 ਜਨਮ ਭਗਤੀ ਕਰੋਗੇ ਸਾਰੀ ਜ਼ਿੰਦਗੀ, ਤੇ ਮਰਨ ਤੋਂ ਬਾਅਦ ਫੇਰ ਜਨਮ ਹੋਊਗਾ, ਫੇਰ ਭਗਤੀ ਕਰੋਗੇ, 7ਵੇਂ ਜਨਮ ਤੋਂ ਬਾਅਦ ਤੁਸੀਂ ਬੈਕੁੰਠ ਵਿੱਚ ਇੱਥੇ ਆ ਜਾਓਗੇ। ਤੁਹਾਡੀ ਸੋਧ 7 ਜਨਮ ਚ ਹੋਊਗੀ, ਕਿਉਂਕਿ ਸੰਤਾਂ ਦਾ ਨਿਰਾਦਰ ਕਰਿਆ ਤੁਸੀਂ। ਉਹ ਕਹਿੰਦੇ ਜੀ ਇਹ ਬਹੁਤੀ ਦੇਰ ਹੋ ਗਈ, ਭਗਵਾਨ ਜੀ ਕਰੋ ਕੁਛ। ਭਗਵਾਨ ਜੀ ਨੇ ਸਿਫਾਰਿਸ਼ ਕੀਤੀ, ਕਹਿੰਦੇ ਸੰਤੋ ਕੁਛ ਹੋਰ ਸੌਖਾ ਰਸਤਾ ਦੱਸ ਦਿਓ ਇਹਨਾਂ ਨੂੰ। ਉਹ ਕਹਿੰਦੇ ਪ੍ਰਭੂ ਜੀ ਦੱਸਤਾ ਦਿੰਦੇ ਆ, ਪਰ ਔਖਾ ਹੈ ਇਹਦੇ ਨਾਲੋਂ, ਇਹ ਸੌਖਾ ਰਸਤਾ ਸੀ। ਉਹ ਕਹਿੰਦੇ ਜੀ ਸਾਨੂੰ ਔਖਾ ਰਸਤਾ ਪ੍ਰਵਾਨ ਹੈ, ਪਰ ਅਸੀਂ ਪ੍ਰਭੂ ਤੋਂ ਬਹੁਤੀ ਦੇਰ ਨਹੀਂ ਵਿਛੜ ਸਕਦੇ। ਉਹ ਕਹਿੰਦੇ ਫਿਰ 3 ਜਨਮ ਦੇ ਚ ਕਲਿਆਣ ਹੋ ਜੂ। ਉਹ ਕਹਿੰਦੇ ਜੀ ਫਿਰ ਦੱਸੋ। ਕਹਿੰਦੇ ਪਰ ਇਹ ਜਨਮ ਚ ਭਗਤੀ ਨਹੀਂ ਕਰਨੀ, ਰੱਬ ਦਾ ਵਿਰੋਧ ਕਰਨਾ ਪਊਗਾ, ਰੱਜ ਕੇ ਕਰਨਾ ਪਊਗਾ। ਹਾਲਾਤ ਇਹੋ ਜਿਹੇ ਬਣਾ ਦਿਓ ਵੀ ਪ੍ਰਭੂ ਆਪ ਆ ਕੇ ਤੁਹਾਡਾ ਵੱਧ ਕਰੇਗਾ, ਜਦੋਂ ਇਹਦੇ ਹੱਥੋਂ ਮਾਰੂ 3 ਵਾਰੀ ਤੁਹਾਨੂੰ ਮਾਰੂ ਤੇ ਤੁਸੀਂ ਬੈਕੁੰਠ ਆ ਜਾਓਗੇ। ਉਹ ਕਹਿੰਦੇ ਜੀ ਸਾਨੂੰ ਮਨਜ਼ੂਰ ਹੈ ਵੀ 3 ਜਨਮ ਦੇ ਵਿੱਚ ਅਸੀਂ ਵਾਪਸ ਆ ਜਾਈਏ, ਛੇਤੀ ਆ ਜਾਈਏ। ਉਹ ਕਹਿੰਦੇ ਸੋਚ ਲਓ, ਰੱਬ ਦਾ ਵਿਰੋਧ ਕਰਨ ਨਾਲ ਜੁੱਗਾਂ ਤੱਕ ਤੁਹਾਡਾ ਅਪਮਾਨ ਹੋਊਗਾ, ਜੁੱਗਾਂ ਤੱਕ ਤੁਹਾਨੂੰ ਲੋਕ ਨਿੰਦਿਆ ਕਰਨਗੇ। ਕਹਿੰਦੇ ਜੀ ਸਾਨੂੰ ਲੋਕਾਂ ਦੀ ਨਿੰਦਿਆ ਦੀ ਕੋਈ ਪਰਵਾਹ ਨਹੀਂ, ਵੀ ਸਾਨੂੰ ਛੇਤੀ ਪ੍ਰਭੂ ਦੇ ਦਰਸ਼ਨ ਹੋ ਜਾਣ। ਕਹਿੰਦੇ ਠੀਕ। ਫਿਰ ਸਤਯੁਗ ਦੇ ਵਿੱਚ ਤਾਂ ਹਰਨਕਸ਼ਿਪ ਹਰਨਾਕਸ਼ ਬਣੇ ਦੋਨੇ, ਤੇ ਤ੍ਰੇਤੇ ਦੇ ਚ ਕੁੰਭਕਰਨ ਤੇ ਰਾਵਣ ਬਣੇ, ਦੁਆਪਰ ਦੇ ਵਿੱਚ ਵੀ ਸ਼ਿਸ਼ਪਾਲ ਤੇ ਕੰਸ ਬਣੇ, ਤੇ ਪ੍ਰਭੂ ਜੀ ਆਪ ਆ ਕੇ ਇਹਨਾਂ ਨੂੰ ਵੱਢਦੇ ਰਹੇ ਤੇ ਇਹਨਾਂ ਦੀ ਕਲਿਆਣ ਹੋਈ। ਤੇ ਸੰਤਾਂ ਭਗਤਾਂ ਰਿਸ਼ੀਆਂ ਮੁਨੀਆਂ ਦੇਵਤਿਆਂ ਨੂੰ ਕੰਨ ਹੋ ਗਏ ਕਿ ਰੱਬ ਦੇ ਨਾਮ ਦੇ ਮੰਨਣ ਵਾਲਿਆਂ ਨੂੰ ਕਦੇ ਵੀ ਠਾਕ ਗਈ ਰੋਕ ਨਹੀਂ ਪਾਈਦੀ, ਮੰਨੈ ਮਾਰਗ ਠਾਕ ਨਾ ਪਾਏ। ਤੋ ਇਸ ਕਰਕੇ ਇਹ ਰੁਕਾਵਟਾਂ ਤੇ ਇਹ 3 ਜਨਮ ਫਿਰ ਉਹਨਾਂ ਨੂੰ ਸਾਧ ਸਮਝੀ ਲੱਗੇ ਹੈ। ਜਿਹੜੇ ਗੁਰਮੁਖ ਨਾਮ ਦਾ ਮੰਨਣ ਕਰਦੇ ਨਾ, ਉਹਨਾਂ ਨੂੰ ਪਰਲੋਕ ਦੇ ਮਾਰਗ ਦੇ ਵਿੱਚ, ਮਾਰਗ ਨਾਮ ਰਸਤੇ ਦਾ ਹੁੰਦਾ ਹੈ, ਦੇਵੀ ਦੈਂਤ ਕੋਈ ਵੀ ਰੁਕਾਵਟ ਨਹੀਂ ਪਾ ਸਕਦਾ। ਜੋ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਦੇ ਨਾ, ਉਹਨਾਂ ਦੇ ਗਿਆਨ ਵਿੱਚ, ਗਿਆਨ ਮਾਰਗ ਹੈ, ਗਿਆਨ ਦੇ ਮਾਰਗ ਤੇ ਅਗਿਆਨ ਠਾਕ ਨਹੀਂ ਪਾ ਸਕਦਾ, ਰੋਕ ਨਹੀਂ ਪਾ ਸਕਦਾ। ਤੇ ਇੱਕ ਭਗਤੀ ਦਾ ਮਾਰਗ ਹੈ, ਉਹਦੇ ਵਿੱਚ ਵਿਸ਼ੇ ਵਿਕਾਰ ਰੁਕਾਵਟ ਨਹੀਂ ਪਾ ਸਕਦੇ, ਮੰਨੈ ਮਾਰਗ ਠਾਕ ਨਾ ਪਾਏ, ਇਹ ਰੁਕਾਵਟ ਨਹੀਂ ਪਾ ਸਕਦੇ। ਕੁਝ ਗਿਆਨ ਮਾਰਗ ਤੇ ਚੱਲਣ ਵਾਲੇ ਲੋਕ ਨੇ, ਉਹ ਕੱਲਾ ਗਿਆਨ ਦਾ ਮਾਰਗ ਹੈ, ਉਹਦੇ ਵਿੱਚ ਭਗਤੀ ਦਾ ਮਾਰਗ ਹੈ ਨਹੀਂ। ਕੱਲੇ ਭਗਤੀ ਦੇ ਮਾਰਗ ਚੱਲਣ ਵਾਲੇ ਨੇ, ਉਹਨਾਂ 'ਚ ਗਿਆਨ ਦਾ ਮਾਰਗ ਨਹੀਂ। ਇਹ ਅਧੂਰੇ ਨੇ ਕੱਲੇ ਦੋਨੇ। ਗੁਰੂ ਨਾਨਕ ਨੇ ਭਗਤੀ ਸਹਿਤ ਗਿਆਨ ਦਾ ਮਾਰਗ ਸਿੱਖਾਂ ਨੂੰ ਦਿੱਤਾ ਹੈ। ਇਹਦੇ 'ਚ ਨਾ ਅਗਿਆਨ ਰੁਕਾਵਟ ਪਾ ਸਕੇ ਔਰ ਨਾ ਹੀ ਵਿਸ਼ੇ ਵਿਕਾਰ ਰੁਕਾਵਟ ਪਾ ਸਕਣ, ਕਾਮ ਆਦਿਕ ਜਿਹੜੇ ਨੇ ਉਹ ਵਿਘਨ ਨਾ ਪਾ ਸਕਣ। ਜੋ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਦੇ ਨੇ, ਕੋਈ ਈਰਖਾਲੂ ਪੁਰਸ਼ ਬਰ ਸਰਾਪ ਦੇਣ ਰੂਪੀ ਵੀ ਰੁਕਾਵਟ ਨਹੀਂ ਪਾ ਸਕਦਾ। ਲੱਗੂ ਵਰਨਾ ਸਰਾਪ ਨਾ ਆਪ ਜਣਾਈ, ਜਿਨ੍ਹਾਂ ਨੇ ਆਪਾ ਹੀ ਨਹੀਂ ਜਣਾਇਆ ਹੈ। ਤੋ ਇਸ ਕਰਕੇ ਵਾਹਿਗੁਰੂ ਦੇ ਨਾਮ ਨੂੰ ਮੰਨਣ ਕਰਦੇ ਨੇ ਜਿਹੜੇ ਗੁਰਮੁਖ, ਉਹ ਪਰਮਾਰਥ ਦੇ ਮਾਰਗ ਰਸਤੇ ਦੇ ਵਿੱਚ ਕੋਈ ਵੀ ਕਿਸੇ ਪ੍ਰਕਾਰ ਦਾ ਪਾਪ ਰੂਪ, ਰਾਗ ਦਵੈਸ਼ ਰੂਪ ਆਦਿ ਭੇਦਵਾਦੀ ਕਿਸੇ ਪ੍ਰਕਾਰ ਦੀ ਠਾਕ ਰੁਕਾਵਟ ਨਾ ਪਾਏ, ਨਹੀਂ ਪਾ ਸਕਦੇ। ਤੋ ਇਸ ਕਰਕੇ ਐਸਾ ਪਰਮੇਸ਼ਰ ਹੈ ਸਿੱਧੋ ਪਰਮੇਸ਼ਰ ਦਾ ਨਾਮ ਹੈ। ਮੰਨੈ ਪਤ ਸਿਉ ਪ੍ਰਗਟ ਜਾਏ। ਨਾਮ ਦੇ ਮੰਨਣ ਵਾਲੇ, ਉਹ ਪਤ ਨਾਮ ਇੱਜ਼ਤ ਦਾ ਹੁੰਦਾ ਹੈ। ਜੇ ਤਾਂ ਇਹਨੂੰ ਥੋੜਾ ਜਿਹਾ ਕੱਸ ਕੇ ਬੋਲੋਗੇ ਫਿਰ ਅਧਕ ਲੱਗ ਗਈ, ਫਿਰ ਤਾਂ ਪੱਤ ਬਣ ਜਾਣਾ। ਪੱਤ ਹੁੰਦੇ ਨੇ ਜਿਵੇਂ ਦਰਖਤ ਦੇ ਪੱਤੇ, ਫਿਰ ਤਾਂ ਉਹਦਾ ਵਾਚਕ ਬਣ ਗਈ। ਇਹਨੂੰ ਪੋਲਾ ਜਿਹਾ ਬੋਲਣਾ ਪਤ।
ਪਤ ਇੱਜ਼ਤ ਦਾ ਵਾਚਕ ਹੈ, ਪਤ ਪੱਤਰਿਆਂ ਦਾ ਵਾਚਕ ਹੈ। ਇਸ ਕਰਕੇ ਥੋੜਾ ਜਿਹਾ ਇਹ ਵੀ ਧਿਆਨ ਰੱਖੇ। ਮੰਨੈ ਪਤ ਸਿਉ ਪ੍ਰਗਟ ਜਾਏ। ਜਿਨ੍ਹਾਂ ਨੇ ਨਾਮ ਦਾ ਮੰਨਣ ਕੀਤਾ ਹੈ ਉਹ ਪਤ ਇੱਜ਼ਤ ਆਬਰੂ ਦੇ ਨਾਲ ਸੰਸਾਰ ਵਿੱਚ ਪ੍ਰਗਟ ਨਾਮ ਪ੍ਰਤੱਖ ਹੋ ਜਾਂਦੇ ਨੇ ਤੇ ਹਰੇਕ ਕੋਈ ਉਹਨਾਂ ਦੀ ਇੱਜ਼ਤ ਕਰਦਾ ਹੈ, ਮਾਣ ਕਰਦਾ ਹੈ। ਸੰਤਾਂ ਭਗਤਾਂ ਦਾ, ਕਬੀਰ ਸਾਹਿਬ ਵਰਗਿਆਂ ਦਾ, ਨਾਮਦੇਵ ਵਰਗੇ ਹੁਣ ਤੱਕ ਵੀ ਸਤਿਕਾਰ ਹੈ। ਉਹ ਪ੍ਰਭੂ ਦਾ ਨਾਮ ਜਿਹੜਾ ਮੰਨਣ ਕਰਨ ਵਾਲੇ ਗੁਰਮੁਖ ਨੇ, ਇਹ ਸੰਸਾਰ ਤੋਂ ਪਤ ਸਿਉ ਕੋਈ ਪ੍ਰਤਿਸ਼ਠਾ ਸਾਥ ਪਰਲੋਕ ਦੇ ਇੱਜ਼ਤ ਦੇ ਸਹਿਤ ਜ਼ਾਹਰ ਤੌਰ ਤੇ ਜਾਂਦੇ ਨੇ। ਭਾਵ ਕੀ ਹੈ ਵੀ ਇੱਜ਼ਤ ਨਾਲ ਜਾਂਦੇ ਨੇ। ਨਾਏ ਮੰਨਿਆ ਭਵਜਲ ਲੰਘੀਐ ਫਿਰ ਬਿਗਨ ਨਾ ਹੋਈ। ਨਾਏ ਮੰਨਿਆ ਪਦ ਪ੍ਰਗਟਾ ਨਾਮੇ ਸਭ ਲੋਈ। ਜਿਹੜੇ ਨਾਮ ਦਾ ਮੰਨਣ ਕਰਦੇ ਉਹਨਾਂ ਨੂੰ ਪਤ ਇੱਜ਼ਤ ਦੇਣ ਵਾਲੇ ਕਿਹੜੇ ਨੇ? ਸਤ, ਸੰਤੋਖ, ਧਰਮ, ਦਇਆ, ਵਿਚਾਰ, ਇਹ ਸ਼ੁਭ ਗੁਣਾ ਸਿਉ ਸਮੇਤ ਇਹ ਪ੍ਰਗਟ ਹੋ ਜਾਂਦੇ ਨੇ। ਪਤ ਇੱਜ਼ਤ ਦੇਣ ਵਾਲੇ ਨੂੰ ਗੁਣ ਇਹ। ਕਾਮ ਕ੍ਰੋਧ ਜਿਹੜੇ ਔਗਣ ਇਹ ਬੇਇੱਜ਼ਤੀ ਦਿੰਦੇ ਆ, ਆਬਰੂ ਲਾ ਦਿੰਦੇ ਨੇ, ਬੇਇੱਜ਼ਤੀ ਹੁੰਦੀ ਹੈ। ਤੋ ਇਸ ਕਰਕੇ ਗੁਰਮੁਖ ਮਨੁਆ ਇਕਤ ਕਰ ਆਵੇ, ਮਿਲੋ ਗੋਪਾਲ ਨਿਸ਼ਾਨ ਵਜਈਆ। ਉਹ ਪ੍ਰਭੂ ਦੇ ਨਾਮ ਨੂੰ ਮੰਨਣ ਕਰਨ ਵਾਲੇ ਜਿਹੜੇ ਗੁਰਮੁਖ ਨੇ, ਪਤ ਤੱਤੇ ਨੂੰ ਸਿਹਾਰੀ ਲੱਗੀ ਵੀ ਹੈ, ਪਤੀ ਬਣ ਜਾਊਗਾ ਅਰਥ ਵਿੱਚ। ਪਤੀ ਕੌਣ? ਵਾਹਿਗੁਰੂ। ਵਾਹਿਗੁਰੂ ਰੂਪਤੀ ਪਰਮੇਸ਼ਰ ਸਿਉਂ ਕਹੀਏ ਨਾਲ ਸਾਥ, ਉਹਦੇ ਨਾਲ ਮਿਲ ਜਾਂਦੇ ਨੇ ਅਤੇ ਸਾਰੀ ਜਾਈ ਜਗ੍ਹਾ ਵਿੱਚ ਪ੍ਰਗਟ ਹੋ ਜਾਂਦੇ ਨੇ। ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹਿ ਛਪੈ। ਉਹ ਨਹੀਂ ਛਪਦੇ। ਨਾਮ ਰਤਾ ਜਨ ਪ੍ਰਗਟ ਹੋਏ, ਇਉਂ ਪ੍ਰਗਟ ਹੋ ਜਾਂਦੇ ਸਾਰੇ। ਪਤ ਇੱਜ਼ਤ ਦੇ ਨਾਲ ਪਰਲੋਕ ਨੂੰ ਜਾਂਦੇ ਹੈ। ਇਹਦੇ ਵਿੱਚ ਪ੍ਰਾਤਨ ਸਾਖੀਆਂ ਤਾਂ ਬੇਅੰਤ ਨੇ। ਇੱਕ ਥੋੜੇ ਸਮੇਂ ਦੀ ਘਟਨਾ, ਬੋਪਾ ਰਾਏ ਦੇ ਅੰਦਰ ਇੱਕ ਭਾਈ ਸਰਦਾਰਾ ਸਿੰਘ ਜੀ ਹੋਇਆ। ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪੈਂਦਾ ਬੋਪਾ ਰਾਏ। ਮਹਾਂਪੁਰਖਾਂ ਨੇ ਉੱਥੇ ਹੀ ਸੰਤ ਬਾਬਾ ਸੁੰਦਰ ਸਿੰਘ ਨੇ ਸਰੀਰ ਤਿਆਗਿਆ ਸੀ। ਬੜੀ ਭਾਰੀ ਵਿਦਿਆ ਦਾ ਹੁਣ ਤੱਕ ਉੱਥੇ ਵਰਤਾਰਾ ਵਰਤ ਰਿਹਾ ਹੈ, ਵੱਡਿਆਂ ਦੇ ਵੇਲੇ ਤੋਂ ਉੱਥੇ ਦਾ ਸੀ ਉਹ। ਬੈਰਾਗ ਲੱਗਿਆ, ਘਰ-ਬਾਰ ਛੱਡ ਕੇ ਕਿ ਮਰ ਕੇ ਵੀ ਤਾਂ ਛੱਡਣਾ। ਸੰਸਾਰ ਦੀ ਬਿਰਤੀ ਸਾਰੀ ਸੰਸਾਰਾਕਾਰ ਖਤਮ ਹੋ ਗਈ। ਪਰਮਾਤਮਾ ਦੀ ਪ੍ਰਾਪਤੀ ਵਾਸਤੇ ਚੱਲਿਆ। ਸੰਸਾਰ ਦਾ ਮੋਹ ਮਾਇਆ ਦਾ ਜਲ ਛੱਡ ਦਿੱਤਾ। ਦੇਖਿਆ ਕਿ ਅੱਜ ਸਿੱਖ ਜਗਤ ਦੇ ਵਿੱਚ ਕੌਣ ਐਸਾ ਮਹਾਂਪੁਰਸ਼, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਸ਼ਾਂ ਦੇ ਸੰਗਤ ਵਿੱਚ ਚਲਾ ਗਿਆ। ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਪਾਰਸ ਸ਼ੋਹ ਨੇ ਤੇ ਉਹ ਸੋਨੇ ਦੀ ਤਰ੍ਹਾਂ ਸੁੱਧ ਬਣਾ ਦਿੱਤਾ। ਜਿਵੇਂ 8 ਧਾਤੂਆਂ ਸੋਨਾ ਬਣ ਜਾਂਦੀਆਂ ਨੇ ਪਾਰਸੇ ਨਾਲ ਮਿਲ ਕੇ। ਗੁਰੂ ਨਾਨਕ ਦੀ ਸਿੱਖੀ ਕਮਾਈ ਰਜ ਰਜ ਕੇ ਸੰਤਾਂ ਨੇ ਕਿਹਾ, ਦੇਖ ਗੁਰਮੁਖਾ, ਜੇ ਤੂੰ ਜਨਮ ਸਫਲਾ ਕਰਨਾ ਹੈ ਤਾਂ ਗੱਲਾਂ ਹੀ ਦੋ ਨੇ, ਬਹੁਤੇ ਚੱਕਰ 'ਚ ਨਾ ਪਈ। ਕਹਿੰਦੇ ਜੀ ਦੱਸੋ। ਕਹਿੰਦੇ ਜਿਵੇਂ ਘਰ ਛੱਡਿਆ ਹੈ, ਇੱਕ ਤਾਂ ਗੱਲਾਂ ਕਰਨੀਆਂ ਵੀ ਛੱਡ ਦੇ ਲੋਕਾਂ ਨਾਲ, ਜਿੰਨੀ ਕੁ ਲੋੜ ਆ ਉਹਨਾਂ ਕੇ ਬੋਲ। ਇਹ ਠੀਕ ਹੈ, ਐਸੇ ਕਰੂੰਗਾ। ਹਰ ਵਕਤ ਨਾਮ ਜਪਦਾ ਰਹੇ। ਸੇਵਾ ਤੇ ਸਿਮਰਨ ਦੋ ਹੀ ਸਾਧਨ ਵਾਹਿਗੁਰੂ ਨੂੰ ਪ੍ਰਾਪਤ ਕਰਨ ਦੇ, ਜਨਮ ਸਫਲ ਕਰਨ ਦੇ। ਜਿਹੜੇ ਸਿੱਖ ਵਿੱਚ ਸੇਵਾ ਦੀ ਭਾਵਨਾ ਨਹੀਂ ਤੇ ਉਹ ਸਿੱਖੀ ਦੇ ਵਿੱਚ ਉਹ ਵੀ ਫੇਲ ਹੈ। ਜੇ ਸੇਵਾ ਹੈਗੀ, ਸਿਮਰਨ ਨਹੀਂ ਕਰਦਾ, ਸੇਵਾ ਦਾ ਫਲ ਤਾਂ ਮਿਲੂਗਾ ਲੇਕਿਨ ਕਾਮਯਾਬੀ ਫੇਰ ਵੀ ਹੈ। ਦੋਨੇ ਚੀਜ਼ਾਂ ਚੱਲ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਦਾ। ਕਹਿੰਦਾ ਜੀ ਸਤਿ ਰੱਜ ਰੱਜ ਕੇ ਸੇਵਾ ਕੀਤੀ ਇਸ ਗੁਰਮੁਖ ਨੇ। ਲੰਗਰ ਦੀ ਸੇਵਾ, ਕਿਸੇ ਨੂੰ ਉੱਚਾ ਨੀਵਾਂ ਨੂੰ ਬੋਲਣਾ, ਕਿਸੇ ਜੀ ਨੂੰ ਈਰਖਾ ਨਹੀਂ ਕਰਨੀ। ਜੇ ਕੋਈ ਈਰਖਾ ਕਰਦਾ ਹੈ ਉਹਦਾ ਧਿਆਨ ਹੀ ਨਹੀਂ ਦੇਣਾ, ਚਾਹੇ ਕੋਈ ਗਾਲਾਂ ਵੀ ਕੱਢੀ ਜਾਏ। ਇਹੋ ਜਿਹਾ ਸੁਭਾਅ ਬਣ ਗਿਆ। ਬਿਰਤੀ ਟਿਕਾਕ ਹੋ ਗਈ, ਨਾਮ ਦਾ ਰਸ ਆਉਣ ਲੱਗ ਗਿਆ, ਕਾਮਯਾਬੀ ਮਿਲ ਗਈ ਤੇ ਸੰਤ ਚੜ੍ਹਾਈ ਕਰ ਗਏ। ਸੰਤਾਂ ਦੇ ਚੜ੍ਹਾਈ ਕਰਨ ਤੋਂ ਮਨ 'ਚ ਬੜਾ ਹੌਕਾ ਜਿਹਾ ਆਇਆ ਵੀ ਇਹਨਾਂ ਦੁਆਰਾ ਮੇਰਾ ਜੀਵਨ ਸਿਵਰਿਆ ਤੇ ਹੁਣ ਮੈਂ ਕੀ ਕਰਾਂ ਤੇ ਕਿੱਥੇ ਜਾਵਾਂ। ਸੁਭਾਅ ਬਣ ਗਿਆ ਸੰਤਾਂ ਕੋਲ ਰਹਿਣ ਦਾ
ਤੇ ਹੁਣ ਤਾਂ ਆਪ ਸੰਤ ਕਹਾਉਣ ਦਾ ਜ਼ਿਆਦਾ ਚਾਅ ਚੜ ਜਾਂਦਾ ਨਾ, ਸੇਵਕ ਨਹੀਂ ਬਣਦਾ ਹੁਣ ਕੋਈ। ਹਰ ਕੋਈ ਕਹਿੰਦਾ ਵੀ ਮੈਂ ਆਪੇ ਸੁਆਮੀ ਬਣਾ, ਦਾਸ ਨਹੀਂ ਬਣਨਾ ਚਾਹੁੰਦਾ, ਮਾਲਕ ਬਣਨਾ ਚਾਹੁੰਦਾ। ਘਾਟਾ ਵੀ ਇਹੀ ਹੈ। ਤੇ ਉਸ ਨੂੰ ਪਤਾ ਸੀ ਵੀ ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖਾਂ ਦੇ ਨਾਲ ਬੜਾ ਸਨੇਹ ਰਿਹਾ। ਤੇ ਇੱਕ ਕਥਾ ਸੰਪੂਰਨ ਦਮਦਮਾ ਸਾਹਿਬ ਕੀਤੀ ਸੀ, ਸੰਤ ਬਾਬਾ ਅਤਰ ਸਿੰਘ ਨੇ ਪ੍ਰਬੰਧ ਕੀਤਾ ਤੇ ਉਹਨਾਂ ਨੇ ਕਥਾ। ਉਸ ਵੇਲੇ ਮਸਤਵਾਣੀ ਸੰਪਰਦਾ ਦੇ ਵਿੱਚ ਕਈ ਗਿਆਨੀ ਸਿੰਘ ਬਣੇ। ਉਦੋਂ ਬਾਅਦ ਸੰਤ ਗਿਆਨੀ ਗੁਰਬਚਨ ਸਿੰਘ ਜੀ ਜਥੇ ਦੇ ਮੁਖੀ ਬਣ ਗਏ ਸੰਪਰਦਾ ਦੇ। ਇਹ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੇ ਕੋਲ ਆ ਗਿਆ। ਇਹਨੇ ਦੇਖਿਆ ਵੀ ਉਸੇ ਤਰ੍ਹਾਂ ਦੀਆਂ ਬਰਕਤਾਂ ਤੇ ਇੱਕ ਗੱਲ ਵਾਧੇ ਵਾਲੀ ਹੈ ਵੀ ਕਥਾ ਰੋਜ਼ ਸੁਣਨ ਨੂੰ ਮਿਲੂਗੀ, ਵੀ ਇਹ ਗੱਲ ਉੱਥੇ ਨਹੀਂ ਸੀ, ਇੱਥੇ ਇਹ ਵਾਧੇ ਵਾਲੀ ਗੱਲ ਹੈ। ਇਹਨੇ ਆ ਕੇ ਕਿਹਾ ਜੀ ਮੈਨੂੰ ਮਹਾਂਪੁਰਖਾਂ ਦਾ ਵਚਨ ਹੈ ਵੀ ਮੈਨੂੰ ਕੋਈ ਸੇਵਾ ਦੇ ਦਿਓ। ਕਹਿੰਦੇ ਜਿਹੜੀ ਤੂੰ ਮਰਜ਼ੀ ਕਰ ਲੈ ਭਾਈ ਸੇਵਾ, ਕਥਾ ਵੀ ਸੁਣਿਆ ਕਰ। ਇਹ ਸਾਰਾ ਦਿਨ ਦੁੱਧ ਪਿਆਇਆ ਕਰੇ ਗੁਰਸਿੱਖਾਂ ਨੂੰ, ਸਮੁੰਦਰ ਛਕੋ ਜੀ, ਸਮੁੰਦਰ ਛਕੋ ਜੀ। ਇਹਨੇ ਗੁਰਸਿੱਖਾਂ ਨੂੰ ਦੁੱਧ ਛਕਾਇਆ 7-8 ਸਾਲ ਦੇ ਕਰੀਬ। ਇਹ ਸੇਵਾ ਤੇ ਸਿਮਰਨ ਵਿੱਚ ਗੁਲਚ ਹੋ ਗਿਆ, ਕਥਾ ਸੁਣ ਸੁਣ ਕੇ ਮੰਨਣ ਵਿੱਚ ਲੈ ਆਂਦੀ। ਤੇ ਹੁਣ ਜਾਣਾ ਤਾਂ ਭਾਈ ਸਾਹਿਬ ਨਹੀਂ ਹੈ। ਤੇ ਭਾਈ ਸਰਦਾਰਾ ਸਿੰਘ ਨੂੰ ਪਰਲੋਕ ਤੋਂ ਸੱਦਾ ਆ ਗਿਆ ਤੇ ਇਹਨੂੰ ਮਰਨ ਤੋਂ ਥੋੜਾ ਜਿਹਾ ਚਿਰ ਪਹਿਲਾਂ ਪਤਾ ਲੱਗ ਗਿਆ, ਮਾੜਾ ਜਿਹਾ ਸਰੀਰ ਢਿੱਲਾ ਹੋਇਆ, ਬੁਖਾਰ ਉਕਰ ਹੋਇਆ। ਸੰਤਾਂ ਨੇ ਕਿਹਾ ਇੱਕ ਸੇਵਾਦਾਰ ਨੂੰ, ਭਾਈ ਇਹਦਾ ਧਿਆਨ ਰੱਖਿਓ। ਪਰ ਸੰਤਾਂ ਨੂੰ ਪਤਾ ਸੀ ਇਹ ਵੀ ਇਹਨੇ ਚੜਾਈ ਕਰ ਜਾਣਾ। ਤੇ ਉੱਠ ਕੇ ਕਹਿਣ ਲੱਗਾ ਵੀ ਮੈਂ ਇਸ਼ਨਾਨ ਕਰਨਾ ਹੈ। ਉਹ ਕਹਿੰਦਾ ਨਹੀਂ ਵੀ ਬੁਖਾਰ ਚੜਿਆ, ਬੁਖਾਰ ਚੜੇ ਜੇ ਕੋਈ ਇਸ਼ਨਾਨ ਨਹੀਂ ਸੀ ਕਰਦੇ। ਕਹਿੰਦਾ ਨਹੀਂ ਜੀ ਮੈਂ ਜ਼ਰੂਰ ਕਰਨਾ ਇਸ਼ਨਾਨ। ਜਾ ਕੇ ਇਸ਼ਨਾਨ ਕਰ ਲਿਆ। ਇਸ਼ਨਾਨ ਕਰਕੇ ਨਿਤਨੇਮ ਕੀਤਾ। ਨਿਤਨੇਮ ਕਰਕੇ ਫਿਰ ਅਰਦਾਸ ਕੀਤੀ। ਤੇ ਅਰਦਾਸ ਕਰਕੇ ਜਿਹੜਾ ਸੇਵਾਦਾਰ ਸੀ ਕੋਲ ਕਹਿੰਦਾ ਵੀ ਚੰਗਾ ਵੀ ਗੁਰਮੁਖਾ ਫਿਰ ਹੈ। ਕਹਿੰਦੇ ਜੀ ਕੀ ਮਤਲਬ? ਉਹ ਕਹਿੰਦੇ ਵੀ ਹੁਣ ਸੰਤਾਂ ਨੂੰ ਵੀ ਤੇ ਸਾਰੇ ਜਥੇ ਨੂੰ ਮੇਰੀ ਫਤਿਹ ਬੁਲਾ ਦੀ ਆਖਰੀ। ਬਾਬਾ ਜੀ ਕੀ ਕਰਦੇ ਹੋ ਤੁਸੀਂ? ਆਖਰੀ ਫਤਿਹ ਕੀ ਹੋ ਗਿਆ ਤੁਹਾਨੂੰ? ਕਹਿੰਦਾ ਹੁਕਮ ਆ ਗਿਆ ਦਰਗਾਹ ਦਾ। ਉਹ ਕਹਿੰਦੇ ਜੀ ਤੁਸੀਂ ਅੱਛਾ ਫਿਰ ਐਂ ਦੱਸੋ ਵੀ ਤੁਹਾਨੂੰ ਕੋਈ ਲੈਣ ਆਇਆ ਕਿ ਜਾਂ ਤੁਸੀਂ ਆਪ ਹੀ ਜਾਓਗੇ, ਕੀ ਹੈ ਜਾਣਦਾ? ਉਹ ਕਹਿੰਦਾ ਭਾਈ ਮੈਨੂੰ ਨਹੀਂ ਸੀ ਪਤਾ ਵੀ ਮੇਰਾ ਟਾਈਮ ਆ ਗਿਆ, ਵੀ ਮੈਨੂੰ ਤਾਂ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼ ਆਏ ਆ ਲੈਣ ਵਾਸਤੇ। ਸਮੇਂ ਅੰਤ ਪਰ ਹੋਤ ਸਹਾਈ ਤਾਂ ਕਿ ਸੰਖਿਆ ਸੰਤ ਬਤਾਈ। ਅੰਤ ਦੇ ਸਮੇਂ ਦੇ ਉੱਤੇ ਪਰਮੇਸ਼ਰ ਕੀ ਕਰਦਾ? ਜਿਹੜੇ ਮੁਕਤ ਪੁਰਸ਼ ਨੇ ਜਾਂ ਤਾਂ ਉਹਨਾਂ ਨੂੰ ਭੇਜ ਦਿੰਦਾ ਲੈਣ ਵਾਸਤੇ, ਜਿਹੜੇ ਅੰਮ੍ਰਿਤਧਾਰੀ ਨੇ ਜਾਂ ਫਿਰ 5 ਪਿਆਰੇ ਦੇ ਦਰਸ਼ਨ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਜਾਓ ਭਾਈ। ਵੀ ਮਹਾਂਪੁਰਖ ਕਹਿੰਦੇ ਗੁਰਮੁਖਾ ਆ ਜਾ, ਸਾਰੀ ਜ਼ਿੰਦਗੀ ਤੈਂ ਸਿੱਖੀ ਕਮਾਈ ਹੈ, ਗੁਰੂ ਨਾਨਕ ਦੀ ਪ੍ਰਸੰਨਤਾ, ਤੈਨੂੰ ਗੁਰੂ ਨਾਨਕ ਦੇ ਲੋਕ ਨੇ ਲੈ ਚੱਲੀਏ। ਕਹਿੰਦੇ ਮੈਂ ਤੈਨੂੰ ਲੈਣ ਆਇਆ ਹੁਣ। ਉਹ ਕਹਿੰਦੇ ਵੀ ਸੰਤ ਆਏ ਵੀ ਨੇ ਲੈਣ। ਉਹ ਕਹਿੰਦਾ ਮੈਨੂੰ ਤਾਂ ਦਿਸਦੇ ਨਹੀਂ। ਉਹ ਕਹਿੰਦਾ ਹੁਣ ਤੂੰ ਝਗੜਾ ਨਾ ਛੇੜ, ਵੀ ਤੈਨੂੰ ਦਿਸਦੇ ਨਹੀਂ ਦਿਸਦੇ, ਬਸ ਉੱਚੇ ਦੇ ਕੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਸ ਨਾਲ ਹੀ ਸਰੀਰ ਢੇਰੀ ਹੋ ਗਿਆ ਉਸੇ ਵੇਲੇ। ਤੇ ਉਹ ਫਿਰ ਜਿਹੜਾ ਨਾ ਪਤ ਸਿਉ ਇੱਜ਼ਤ ਦੇ ਨਾਲ ਪ੍ਰਗਟ ਹੋ ਕੇ ਐ ਜਾਂਦੇ ਆ। ਉਹ ਮੰਨੈ ਪਤ ਸਿਉ ਪ੍ਰਗਟ ਜਾਏ, ਇੱਜ਼ਤ ਨਾਲ ਜਾਂਦੇ ਨੇ। ਉਹਨਾਂ ਨੂੰ ਲੈਣ ਵਾਸਤੇ ਸਤਪੁਰਸ਼ ਆਉਂਦੇ ਨੇ ਕਿਸੇ ਨੂੰ 5। ਇਸੇ ਤਰ੍ਹਾਂ ਰੇਰੂ ਸਾਹਿਬ ਦੇ ਨੇੜੇ ਇਸੇ ਇਲਾਕੇ 'ਚ ਮੰਗਲੀ ਪਿੰਡ ਹੈ ਇੱਕ। ਉਸ ਮੰਗਲੀ ਪਿੰਡ ਦਾ ਇੱਕ ਸਰਦੂਲ ਸਿੰਘ ਹੁੰਦਾ ਸੀ। ਇਹ ਪਿੰਡਰਾਂ ਵਾਲੇ ਜਥੇ 'ਚ ਰਿਹਾ ਬਹੁਤ ਸਾਲ। ਤੇ ਸਨ 1946 ਦੇ ਵਿੱਚ ਲੈਲਪੁਰ ਮਹਾਂਪੁਰਖ ਗਏ ਹੋਏ ਸੀ। 47 'ਚ ਤਾਂ ਫਿਰ ਹੱਲਾ ਪੈ ਗਿਆ। ਤੇ ਮਹਾਂਪੁਰਖ ਕਥਾ ਨੂੰ ਜਾਣ ਲੱਗੇ। ਇਹ ਜਿਹੜਾ ਸਰਦੂਲ ਸਿੰਘ ਸੀ ਥੋੜਾ ਜਿਹਾ ਸਰੀਰ ਢੱਲਾ ਮੱਠਾ ਹੋਇਆ। ਤੇ ਮਹਾਂਪੁਰਖ ਜਦੋਂ ਕਥਾ ਨੂੰ ਚਲੇ ਗਏ, ਸਿੰਘਾਂ ਨੂੰ ਕਹੇ ਭਾਈ ਖਿਆਲ ਰੱਖਿਓ। 2-3 ਸਿੰਘ ਉੱਥੇ ਕੋਲ ਸੀ। ਤੇ ਭਾਈ ਸਾਹਿਬ ਜੀ ਕਹਿਣ ਲੱਗੇ, ਸਰਦੂਲ ਸਿੰਘ ਕਹਿੰਦੇ ਵੀ ਗੁਰਮੁਖੋ ਮੇਰਾ ਸਮਾਂ ਆ ਗਿਆ। ਅਖੇ ਬਾਬਾ ਜੀ ਕਿਸ ਤਰ੍ਹਾਂ? ਕਹਿੰਦੇ ਵੀ ਮੈਨੂੰ 5 ਪਿਆਰਿਆਂ ਦੇ ਦਰਸ਼ਨ ਹੋ ਰਹੇ ਨੇ। ਵੀ 5 ਪਿਆਰੇ ਨੇ ਇਹ ਗੱਲ ਕਹੀ ਹੈ ਵੀ ਭਾਈ ਆ ਜਾ, ਤੈਨੂੰ ਲੈਣ ਵਾਸਤੇ ਆਇਆ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ ਵੀ ਤੈਂ ਪੂਰੀ ਸਿੱਖੀ ਕਮਾਈ ਹੈ। ਉਹ ਕਹਿੰਦੇ ਕਿੱਥੇ ਹੈ? ਮੈਨੂੰ ਤਾਂ ਦਿਸਦੇ ਨਹੀਂ।
ਕਹਿੰਦਾ ਉਹ ਸਾਹਮਣੇ ਭਾਈ ਦਇਆ ਸਿੰਘ ਜੀ ਖੜੇ ਨੇ, ਉਹ ਸਾਹਮਣੇ ਭਾਈ ਹਿੰਮਤ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਸਾਰੇ ਖੜੇ ਆ। ਇਹ ਮੁਕਤ ਪੁਰਸ਼ ਨੇ, ਇਹਨਾਂ ਦਾ ਜੰਮਣਾ ਮਰਨਾ ਨਹੀਂ ਹੈ। ਤੇ ਕਹਿੰਦੇ ਵੀ ਇਹ ਮੈਨੂੰ ਲੈਣ ਵਾਸਤੇ ਆਏ ਆ। ਉਹ ਹੁਣ ਸਿੰਘ ਦੱਸਣ ਸੰਤਾਂ ਨੂੰ ਬਾਅਦ ਦੇ ਵਿੱਚ ਜਦੋਂ ਭਾਣਾ ਵਰਤ ਗਿਆ। ਕਹਿੰਦੇ ਇਹਨੇ ਆਨੰਦ ਸਾਹਿਬ ਦਾ ਪਾਠ ਕੀਤਾ, ਪਾਠ ਕਰਕੇ ਅਰਦਾਸ ਕੀਤੀ ਕਿ ਹੇ ਗੁਰੂ ਨਾਨਕ ਸਾਹਿਬ, ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਹੇ ਅਕਾਲ ਪੁਰਖ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਜੀ, ਨਿੱਕੀਆਂ ਮੋਟੀਆਂ ਮੇਰੀਆਂ ਭੁੱਲਾਂ ਬਖਸ਼ ਦਿਓ ਤੇ ਮੈਂ ਸੰਸਾਰ ਤੁਹਾਡਾ ਇਹਦੇ ਵਿੱਚ ਹੰਢਾਇਆ, ਇਹਦੇ ਵਿੱਚ ਖਾਧਾ, ਇਹਦੇ ਵਿੱਚ ਪਹਿਨਿਆ, ਇਹਦੇ ਵਿੱਚ ਮੈਂ ਜੋ ਵੀ ਤੁਸੀਂ ਕਮਾਈ ਕਰੀ, ਪਰ ਇਹਦੇ ਜੋ ਭੁੱਲਾਂ ਹੋਈਆਂ ਖਿਮਾ ਕਰ ਰਹੇ ਹੋ। ਇਹ ਕਹਿ ਕੇ ਸੱਪ ਜਿਵੇਂ ਕੁੰਜ ਛੱਡਣ ਲੱਗਿਆ ਨਾ, ਉਹਨੂੰ ਤਕਲੀਫ ਨਹੀਂ ਹੁੰਦੀ ਕੋਈ। ਹਾਥੀ ਦੇ ਗਲ 'ਚ ਮਾਲਾ ਪਾਈ ਹੋਵੇ, ਤੋੜ ਕੇ ਭਗਾ ਕੇ ਉਹ ਮਾਰਦਾ। ਐਂ ਗੁਰਮੁਖ ਸਰੀਰ ਤਿਆਗ ਦਿੱਤਾ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਐਂ ਜਾਂਦੇ ਨੇ ਉਹ। ਤੋ ਇਸ ਕਰਕੇ ਫਿਰ ਪਤ ਇੱਜ਼ਤ ਦੇ ਨਾਲ ਪ੍ਰਗਟ ਹੋ ਕੇ ਜਾਂਦੇ ਹੈ ਤੇ ਉਹਨਾਂ ਨੂੰ ਕੋਈ ਵੀ ਰੁਕਾਵਟ ਨਹੀਂ ਪਾ ਸਕਦਾ। ਤੋ ਇਸ ਕਰਕੇ ਫਿਰ ਜਿਸ ਤਰ੍ਹਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਦਲ ਪੰਜਨ ਗੁਰੂ ਸੂਰਮਾ ਬੜ ਜੋਧਾ, ਬਹੁ ਪਰਉਪਕਾਰ, ਉਹਨਾਂ ਦੀ ਸੰਗਤ ਕੀਤੀ। ਇੱਕ ਜੱਲਣ ਨਾਮ ਦਾ ਭਗਤ ਮਾਝੇ ਦਾ ਬੜਾ ਮਸ਼ਹੂਰ ਸੰਤ ਹੋਇਆ, ਛੇਵੇਂ ਪਾਤਸ਼ਾਹ ਦੇ ਵੇਲੇ ਹੋਇਆ। ਮਹਾਰਾਜ ਦੇ ਚਰਨਾਂ ਬੜਾ ਖੁੱਲਾ ਖਲਾਸਾ ਸੀ ਤੇ ਮਹਾਰਾਜ ਦੇ ਨਾਲ ਵੀ ਖੁੱਲੇ ਸ਼ਬਦਾਂ ਨਾਲ ਬੋਲਦਾ। ਪਰ ਇਹਨੂੰ ਪੂਰਨ ਕਾਮਯਾਬੀ ਜਿਹੜੀ ਮਿਲੀ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਬਣ ਕੇ ਮਿਲੀ। ਇਹ ਉਹਨਾਂ ਦੀ ਗਲਤੀ ਹੈ ਜਿਨ੍ਹਾਂ ਨੇ ਜੀਵਨ ਦੇ ਵਿੱਚ ਉਹਨਾਂ ਦਾ ਜੀਵਨ ਲਿਖਿਆ ਤੇ ਇਹ ਗੱਲ ਕਿਤੇ ਨਾ ਕਿਤੇ ਥੋੜੀ ਜਿਹੀ ਕਮਜ਼ੋਰੀ ਛੱਡ ਦਿੱਤੀ ਹੈ। ਇਹਦੇ ਘਰ ਵਾਲੀ ਜਿਹੜੀ ਸੀ ਉਹਦਾ ਨਾਮ ਸੀ ਰਾਮਕੀ। ਇਹਨਾਂ ਦੇ ਸਾਧ ਸੰਗਤ ਜੀ ਘਰ ਵਿੱਚ ਪੁੱਤਰ ਹੋਏ, ਪੁੱਤਰਾਂ ਦੀ ਮੌਤ ਹੋ ਗਈ। ਪੁੱਤਰਾਂ ਦੀ ਮੌਤ ਹੋਣ ਤੋਂ ਤੇ ਬੀਬੀ ਨੂੰ ਬਹੁਤ ਵਿਯੋਗ ਲੱਗਿਆ। ਜੱਲਣ ਕਹਿੰਦਾ ਵੀ ਦੇਖ ਗੱਲ ਸੁਣ ਲੈ, ਤੈਂ ਵੀ ਮਰਨਾ ਮੈਂ ਵੀ ਮਰਨਾ, ਪੁੱਤਰ ਮਰ ਗਏ ਨੇ, ਸੰਸਾਰ ਤਾਂ ਆਪਣਾ ਹੋ ਗਿਆ ਖਤਮ। ਵੀ ਹੁਣ ਕਿਹਦੇ ਵਾਸਤੇ ਕਮਾਈ ਕਰਨੀ ਹੈ? ਰੋਟੀ ਜੋਗਾ ਮੈਂ ਕਮਾ ਲਿਆ ਕਰੂੰਗਾ, ਵੀ ਤੂੰ ਇਸ ਤਰ੍ਹਾਂ ਕਰ, ਆਪਾਂ ਹੁਣ ਰਲ ਕੇ ਭਗਤੀ ਕਰਨੀ ਹੈ। ਜੇ ਤੂੰ ਭਗਤੀ ਕਰਨੀ ਹੈ, ਦੁੱਖ ਝੱਲਣੇ ਨੇ, ਭੁੱਖ ਝੱਲਣੀ ਹੈ, ਤਾਂ ਫਿਰ ਮੇਰੇ ਨਾਲ ਆ ਜਾ, ਨਹੀਂ ਆਪਣੇ ਪੇਕੀ ਚਲੀ ਜਾ। ਮੈਂ ਹੁਣ ਕੰਮ ਇਹੀ ਕਰਨਾ। ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ, ਮੈਂ ਤਾਂ ਆਹੀ ਕੰਮ ਕਰਨਾ। ਉਹ ਕਹਿੰਦੀ ਜੀ ਮੈਂ ਤੁਹਾਡੀ ਅਰੰਧਗਣੀ ਹੈ, ਜਿਉਂਦਿਆਂ ਜਿਉਂਦਿਆਂ ਮੈਂ ਤੁਹਾਨੂੰ ਛੱਡ ਕੇ ਚਲੀ ਜਾਊਂ, ਕਿਵੇਂ ਸੋਚ ਲਿਆ ਤੁਸੀਂ? ਜਿੰਨਾ ਚਿਰ ਇਹ ਸਰੀਰ ਹੈ ਮੈਂ ਤੁਹਾਨੂੰ ਛੱਡ ਨਹੀਂ ਸਕਦੀ। ਕਹਿਣ ਲੱਗਾ ਫਿਰ ਦੁੱਖ ਭੁੱਖ, ਕਹਿੰਦੀ ਕਬੂਲ ਹੈ। ਇਹ ਦੋਨਾਂ ਨੇ ਰਲ ਕੇ ਭਗਤੀ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਸੇਧ ਲੈ ਕੇ ਇਹ ਐਡਾ ਜਪ ਤਪ ਕੀਤਾ ਇਹਨਾਂ ਨੇ, ਕੋਈ ਹਿਸਾਬ ਕਿਤਾਬ ਹੀ ਨਹੀਂ। ਉਹ ਬਹੁਤ ਵੱਡਾ ਜੀਵਨ ਹੈ ਇਹਨਾਂ ਦਾ। ਮੈਂ ਮੁੱਕਦੀ ਗੱਲ ਕਿ ਜਿਹੜੀ ਇੱਥੇ ਢੁਕਦੀ ਆ ਉਹ ਤੁਹਾਨੂੰ ਕਰ। ਭਗਤੀ ਪ੍ਰਵਾਨ ਹੋ ਗਈ ਗੁਰੂ ਸਾਹਿਬ ਨੂੰ ਤੇ ਰੋਟੀ ਜੋਗਾ ਕੰਮ ਦਿਹਾੜੀ ਜੋਤਾ ਕਰਨ ਲੱਗ ਗਿਆ। ਜ਼ਿਮੀਂਦਾਰ ਹੋਣ ਦੇ ਬਾਵਜੂਦ ਧਰਮ ਦੀ ਕਿਰਤ ਕਰਨੀ, ਘਰ-ਬਾਰ ਤਾਂ ਛੱਡ ਦਿੱਤਾ। ਸ਼ਰੀਕਾਂ ਨੇ ਜ਼ਮੀਨ ਸਾਂਭ ਲਈ। ਲੋਕ ਇਹੋ ਜਿਹੇ ਹੁੰਦੇ ਵੀ ਇਹਨਾਂ ਦੇ ਕਿਹੜਾ ਇਲਾਜ ਆ, ਹੁਣ ਸ਼ਰੀਕਾਂ ਨੇ ਸਾਂਭ ਲਿਆ। ਇੱਕ ਕੋਈ ਸਰਕਾਰੀ ਕਿਸੇ ਤਰ੍ਹਾਂ ਦਾ ਕੰਮ ਚੱਲਦਾ ਸੀ, ਉਹ ਇੱਕ ਮਨੁੱਖੀ ਰੱਖਿਆ ਹੋਇਆ ਸੀ ਤਨਖਾਹ ਦੇਣ ਵਾਸਤੇ। ਉਦੋਂ ਮਜ਼ਦੂਰ ਨੂੰ ਰੋਜ਼ ਦੀ ਰੋਜ਼ ਮਜ਼ਦੂਰੀ ਮਿਲਦੀ ਸੀ। ਇਹ ਹੁਣ ਤੱਕ ਮਸ਼ਹੂਰ ਆ ਵੀ ਅਸੀਂ ਤਾਂ ਜੀ ਰੋਜ਼ ਦਾ ਰੋਜ਼ ਕਮਾ ਕੇ ਖਾਂਦੇ ਹਾਂ। ਹੁਣ ਤਾਂ ਰੋਜ਼ ਦਿਹਾੜੀ ਕੋਈ ਨਹੀਂ ਦਿੰਦਾ, ਪਰ ਉਸ ਵੇਲੇ ਦਾ ਬਚਨ ਚੱਲਿਆ ਆ ਰਿਹਾ ਹੈ ਵੀ ਤਾਂ ਰੋਜ਼ ਦੀ ਰੋਜ਼ ਕਮਾ ਕੇ ਖਾਂਦੇ ਹਾਂ। ਤੇ ਉਹ ਫਿਰ ਤਨਖਾਹ ਰੋਜ਼ ਦੀ ਰੋਜ਼ ਪੈਸੇ ਵੰਡੇ ਜਾਂਦੇ। ਪੈਸੇ ਕੀ, ਪੈਸਾ 2 ਪੈਸਾ 4 ਆ, ਦਿਹਾੜੀ ਕਿਤੇ। ਤੇ ਸਾਰਿਆਂ ਮਜ਼ਦੂਰਾਂ ਨੇ ਨੱਠ ਕੇ ਮੂਹਰੇ ਮੁਨਸ਼ੀ ਦੇ ਕੋਲ ਇੱਕ ਦੂਜੇ ਦੇ ਧੱਕੇ ਮਾਰ ਕੇ ਮੂਹਰੇ ਹੋਣਾ ਛੇਤੀ ਵੈਸੇ। ਪਰ ਜੱਲਣ ਜੀ ਇੱਕ ਪਾਸੇ ਬੈਠੇ ਬੰਦਗੀ ਕਰੀ ਜਾਇਆ ਕਰਨ। ਤਾਂ ਸਭ ਤੋਂ ਬਾਅਦ ਮੁਨਸ਼ੀ ਨੇ ਕਹਿਣਾ, ਜੱਲਣ ਜੀ, ਬਾਬਾ ਜੀ ਆ ਜਾਓ ਤੁਸੀਂ ਵੀ, ਤੁਸੀਂ ਕਿਉਂ ਬੈਠੇ? ਅੱਛਾ ਭਾਈ, ਨਹੀਂ ਨਾਮ ਦੇ ਵਾਹਿਗੁਰੂ ਸਿਮਰਨ ਕਰਦੇ ਕਰਦੇ ਜਾ ਕੇ
ਲੈਣੇ ਤੇ ਉਹਦਾ ਰਾਸ਼ਨ ਕਰਨਾ ਤੇ 8 ਪਹਿਰ ਫੇ ਬੰਦਗੀ ਕਰ, ਸਾਰੀ ਰਾਤ ਭਜਨ ਕਰਨਾ, ਬਸ 19 ਕੇ ਮਜ਼ਦੂਰੀ ਕਰਨੀ ਜਿੰਨਾ ਕੁ ਪੇਟ ਦਾ ਕੰਮ ਚੱਲਦਾ ਰਹੇ, ਕਿਸੇ ਤੇ ਬੋਝ ਨਾ ਬਣੇ। ਕਾਹਦੀ ਬੰਦਗੀ? ਹੁਣ ਤਾਂ ਪੂਜਾ ਤਾਂ ਧਨ ਖਾ ਖਾ ਕੇ ਕਿਤੇ ਬੰਦਗੀਆਂ ਹੁੰਦੀਆਂ ਸਾਧ ਸੰਗਤ ਜੀ। ਇਸੇ ਕਰਕੇ ਫੇਲ ਹੋ ਗਿਆ, ਅੱਜ ਬੜੇ ਬੜੇ ਆਸ਼ਰਮ ਫੇਲ ਹੋ ਗਏ, ਬੜੇ ਬੜੇ ਡੇਰੇ ਅਸਥਾਨ, ਬੰਦਗੀ ਖਤਮ ਹੁੰਦੀ ਜਾ ਰਹੀ ਹੈ। ਉਹਦਾ ਕਾਰਨ ਇਹ ਹੈ ਵੀ ਵਿਹੰਗਮ ਪ੍ਰਣਾਲੀ, ਪਹਿਲੀ ਤਾਂ ਗੱਲ ਹੈ ਵਿਹੰਗਮਤਾਈ ਵਾਲੇ ਗੁਣੇ ਨਹੀਂ ਰਹੇ, ਸੇਵਾ ਦਾ ਤਾਂ ਬਿਲਕੁਲ ਮੱਧ ਹੀ ਖਤਮ ਹੋ ਗਿਆ। ਸੇਵਾ ਤੋਂ ਬਿਨਾਂ ਮਨ ਮੈਲਾ ਹੁੰਦਾ ਹੈ, ਕੁਝ ਪੂਜਾ ਦੇ ਧਾਨ ਨਾਲ ਹੋਈ ਜਾਂਦਾ ਹੈ, ਕੁਝ ਆਪਣੀਆਂ ਚਿਤਵੀ ਨਾਲ ਹੁੰਦਾ, ਕਰਮ ਹੋਏ ਜੇ ਹੋ ਗਏ। ਸੁੱਧ ਹਿਰਦਾ ਸੀ, ਜੀ ਕਹਿ ਕੇ ਬੁਲਾਉਂਦਾ ਹੈ। ਸਮਾਂ ਆਇਆ, ਇੱਕ ਦਿਨ ਕੀ ਹੋਇਆ ਤੇ ਜੱਲਣ ਜੀ, ਗਰਮੀ ਦੀ ਰੁੱਤ ਹੈ, ਕੋਠੇ ਦੇ ਉੱਤੇ ਮੰਜਾ ਡਾਇਆ ਹੋਇਆ। ਰਾਮ ਕੀ ਕੋਠੇ ਤੇ ਮੰਜਾ ਡਾ ਦੇ, ਅੱਗੇ ਆਮ ਹੀ ਲੋਕ ਕੋਠਿਆਂ ਤੇ ਪੈਂਦੇ ਹੁੰਦੇ ਸੀ ਸਾਧ ਸੰਗਤ। ਜੇ ਬਾਹਰ ਜ਼ਿਆਦਾ ਮੱਛਰ ਤੰਗ ਕਰਦਾ ਮੱਛਰਦਾਨੀ ਲਾ ਲਓ, ਨਹੀਂ ਉਹ ਤਾਜ਼ੀ ਹਵਾ 'ਚ ਪੈਂਦੇ ਸੀ, ਹਵਾ ਵੀ ਸ਼ੁੱਧ ਸੀ। ਇਹ ਇਹੀ ਜੀ ਹਵਾ ਇਹਦੇ ਨਾਲ ਵੀ ਸ਼ੁੱਧ ਸੀ ਜਿਹੀ ਜੀ ਆ ਕਰੋਨੇ ਦੀ ਮਿਹਰਬਾਨੀ ਦੇ ਨਾਲ ਹੁਣ ਸ਼ੁੱਧ ਹਵਾ ਮਿਲੀ ਹੈ ਦੇਰ ਪਿੱਛੇ ਤੋਂ। ਇਹ ਰੰਗੇ ਹੀ ਨੇ ਪਰਮੇਸ਼ਰ ਦੇ, ਹੈ ਤਾਂ ਮਨੁੱਖ ਜਾਤੀ ਦਾ ਭਾਵੇਂ ਦੁਸ਼ਮਣ, ਪਰ ਕਈ ਫਾਇਦੇ ਵੀ ਕਰ ਰਿਹਾ। ਉਸ ਵੇਲੇ ਨਾਲ ਧਿਆਨ ਦੇ ਵਿੱਚ ਜੁੜੇ ਹੋਏ ਸੂਖਮ ਬਿਰਤੀ ਜਦੋਂ ਹੋ ਜਾਏ, ਸੂਖਮ ਦ੍ਰਿਸ਼ਟੀ ਦੇ ਨਾਲ ਫਿਰ ਸੂਖਮ ਸ੍ਰਿਸ਼ਟੀ ਦੇ ਲੋਕ ਦਿਸਣ ਲੱਗ ਜਾਂਦੇ ਆ। ਇਹਨਾਂ ਅੱਖਾਂ ਨੂੰ ਅਸਥੂਲ ਦਿਸਣਗੇ। ਉਹ ਦੇਖਿਆ ਆਕਾਸ਼ ਮਾਰਗ ਦੇ ਵਿੱਚ ਵੀ ਉਹ ਤਾਂ ਮਨੁੱਖੀ ਫੜਿਆ ਗਿਆ, ਕਿਤੇ ਉਹਦੀ ਮੌਤ ਹੋ ਗਈ, ਜਮਦੂਤਾਂ ਦਾ ਫੜਿਆ ਹੋਇਆ, ਉਹਨੂੰ ਕੁੱਟ ਮਾਰ ਕੇ ਲਈ ਜਾ ਰਿਹਾ ਹੈ ਧਰਮਰਾਜ ਦੀ ਕਚਹਿਰੀ ਨੂੰ। ਇਹਨੇ ਦੇਖ ਲਿਆ, ਇਹਨੇ ਕਿਹਾ ਵੀ ਉਹ ਹੋ ਵੀ ਤਾਂ ਮੁਨਸੀ ਵਿਚਾਰਾ, ਮੈਨੂੰ ਤਾਂ ਬੜਾ ਪਿਆਰ ਨਾਲ ਬੋਲਦਾ ਹੁੰਦਾ ਸੀ ਇਹ। ਤੇ ਉਧਰ ਸਾਸ ਜਿਹੜੀ ਰਾਮ ਕੀ ਸੀ, ਜੱਲਣ ਦੇ ਘਰ ਵਾਲੀ, ਤੇ ਅਗਲੇ ਦਿਨ ਕੀ ਹੋਇਆ ਵੀ ਉਹ ਇਸ਼ਨਾਨ ਪਾਨ ਕਰਕੇ ਪੂਜਾ ਪਾਠ ਕਰਕੇ ਜੱਲਣ ਦੇ ਪੈਰਾਂ ਵਾਲੇ ਪਾਸੇ ਹੱਥ ਜੋੜ ਕੇ ਖੜ ਗਈ। ਜੱਲਣ ਕਹਿੰਦਾ ਰਾਮ ਕੀ ਗੱਲ ਹੱਥ ਬੰਨੀ ਖੜੀ ਆ? ਕਹਿੰਦੀ ਜੀ ਮਾਫੀ ਮੰਗਣ ਵਾਸਤੇ। ਕਹਿੰਦੇ ਮਾਫੀ ਕਿਸ ਗੱਲ ਦੀ, ਜਦੋਂ ਗੁਨਾਹ ਕੋਈ ਨਹੀਂ? ਕਹਿੰਦੀ ਨਹੀਂ ਜੀ ਫੇਰ ਵੀ ਜਾਣੇ ਅਣਜਾਣੇ ਕੀ ਪਤਾ ਜੀਵਨ 'ਚ ਹੋਏ ਜਾਂਦੀਆਂ ਨੇ। ਕਹਿੰਦੇ ਤੇਰੀ ਬੋਲੀ ਬਦਲੀ, ਅੱਜ ਗੱਲ ਕੀ ਹੈ? ਕਹਿੰਦੀ ਮੈਂ ਤਾਂ ਆਗਿਆ ਲੈਣ ਹੀ ਆ ਤੁਹਾਡੇ ਕੋਲੋਂ, ਵੀ ਮੈਂ ਤਾਂ ਹੁਣ ਮੇਰੀ ਪ੍ਰਲਬਧ ਪੂਰੀ ਹੋ ਗਈ, ਮੈਂ ਤਾਂ ਹੁਣ ਜਾਣਾ ਹੈ। ਕਹਿੰਦੇ ਅੱਛਾ, ਮੈਂ ਤਾਂ ਖਿਆਲ ਹੀ ਨਹੀਂ ਸੀ ਕਰਿਆ। ਕਹਿੰਦੇ ਰਾਮ ਕੀ ਵੀ ਦੇਖ ਤੈਂ ਜਾਣਾ ਸੱਚਖੰਡ, ਬਈ ਵੈਸੇ ਤਾਂ ਸਰੀਰ ਤਿਆਗਣ ਤੋਂ ਬਾਅਦ ਕੋਈ ਮੇਰਾ ਅਧਿਕਾਰ ਹੈ ਹੀ ਨਹੀਂ ਤੇਰੇ ਤੇ, ਪਤੀ ਪਤਨੀ ਦਾ ਰਿਸ਼ਤਾ ਤਾਂ ਇੱਥੇ ਤੱਕ ਹੀ ਹੈ ਵੀ, ਪਰ ਇੰਨਾ ਤੂੰ ਸਿਦਕ ਨਿਭਾਇਆ ਹੈ ਵੀ ਜੇ ਸਰੀਰ ਛੱਡਣ ਤੋਂ ਬਾਅਦ ਵੀ ਮੇਰਾ ਕੋਈ ਕੰਮ ਕਰ ਸਕਦੀ ਹੈ। ਕਹਿੰਦੀ ਜੀ ਹੁਕਮ ਕਰੋ। ਕਹਿੰਦੇ ਭਲੀਏ ਲੋਕੇ, ਉਹ ਮੁਨਸੀ ਫੜਿਆ ਗਿਆ ਜਿਹੜਾ ਮੈਨੂੰ ਜੀ ਕਹਿੰਦਾ ਹੁੰਦਾ ਸੀ ਵੀ ਤੂੰ ਧਰਮਰਾਜ ਦੇ ਜਾ, ਪਹਿਲਾਂ ਧਰਮਰਾਜ ਦੀ ਕਚਹਿਰੀ ਦੇ ਵਿੱਚ ਮੇਰਾ ਸੁਨੇਹਾ ਦੇ ਦੇ, ਉਦੋਂ ਬਾਅਦ ਫਿਰ ਤੂੰ ਸੱਚਖੰਡ ਚਲੀ ਜਾਏ। ਕਹਿੰਦੀ ਜੀ ਦੱਸੋ ਕੀ ਕਹਿਣਾ? ਕਹਿੰਦੇ ਧਰਮਰਾਜ ਨੂੰ ਕਹਿ ਦੀ ਵੀ ਹੇ ਧਰਮਰਾਜ, ਮੇਰੇ ਪਤੀ ਜੱਲਣ ਭਗਤ ਨੇ ਇੱਕ ਸੁਨੇਹਾ ਦਿੱਤਾ ਤੇਰੇ ਨਾਂ ਤੇ ਕਿ ਇਹ ਜਿਹੜਾ ਮੁਨਸੀ ਫੜਿਆ ਹੋਇਆ ਹੈ ਇਹ ਜੀ ਕਹਿ ਕੇ ਬੋਲਦਾ ਹੁੰਦਾ ਸੀ, ਸਤਿਕਾਰ ਬਹੁਤ ਕਰਦਾ ਸੀ ਜੱਲਣ ਜੀ ਦਾ, ਇਹ ਜੱਲਣ ਜੀ ਬਾਬਾ ਜੀ ਕਹਿੰਦਾ ਹੁੰਦਾ ਸੀ। ਇਹ ਸੁਨੇਹਾ ਦੇ ਦੀ ਵੀ ਜਦੋਂ ਲੇਖਾ ਕਰੇਗਾ ਥੋੜਾ ਜਿਹਾ ਜੀ ਵਾਲਾ ਲੇਖਾ ਨਾ ਛੱਡਣੀ ਕਿਤੇ। ਇਹ ਸਰੀਰ ਤਿਆਗ ਕੇ ਸੱਚਖੰਡ ਚਲੀ ਗਈ। ਸੱਚਖੰਡ ਜਾਣਾ ਸੀ, ਸੱਚਖੰਡ ਗਈ ਨਹੀਂ, ਧਰਮਰਾਜ ਦੀ ਕਚਹਿਰੀ। ਜਦ ਦੇਖਿਆ ਧਰਮਰਾਜ ਨੇ ਉੱਠ ਕੇ ਖੜਾ ਹੋ ਗਿਆ, ਹੱਥ ਜੋੜ ਕੇ ਕਹਿੰਦਾ ਬੀਬੀ ਤੂੰ ਇੱਥੇ, ਤੇਰਾ ਤੇ ਇੱਥੇ ਕੰਮ ਕੋਈ ਨਹੀਂ। ਹਾਂ ਜੇ ਆਏ ਹੋ ਤਾਂ ਗੁਰਬਾਣੀ 'ਚ ਲਿਖਿਆ ਹੋਇਆ, ਨਾਮ ਤੇ ਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ। ਚਵੈ ਨੂੰ ਬੋਲਣ ਦਾ, ਉਚਾਰਨ ਕਰਨ ਦਾ। ਕੀਤੋ ਭਵਨ ਪਨੀਤ, ਮੇਰਾ ਤਾਂ ਭਵਨ ਹੀ ਪਵਿੱਤਰ ਹੋ ਗਿਆ। ਬੀਬੀ ਅੱਜ ਕੋਈ ਬ੍ਰਹਮ ਗਿਆਨੀ ਰੂਹ ਮੇਰੇ ਇੱਥੇ ਆਈ ਹੈ, ਇੱਥੇ ਤਾਂ ਜਾਂ ਪੁੰਨੀ ਆਉਂਦੇ ਨੇ ਜਾਂ ਪਾਪੀ ਆਉਂਦੇ ਨੇ, ਇੱਥੇ ਤਾਂ ਬ੍ਰਹਮ ਗਿਆਨੀ ਤਾਂ ਆਉਂਦਾ ਹੀ ਨਹੀਂ। ਮਹਾਰਾਜਾ ਜਨਕ ਆਇਆ ਸੀ, ਮੇਰੇ ਨਰਕ ਖਾਲੀ ਕਰ ਗਿਆ ਸੀ। ਦੱਸੋ ਹੁਕਮ ਕਰੋ ਕਿਵੇਂ ਆ? ਖੜਾ ਹੈ, ਕੁਰਸੀ ਤੇ ਨਹੀਂ ਬੈਠਾ। ਕਹਿਣ ਲੱਗੀ ਜੀ ਮੈਂ ਤਾਂ ਆਪਣੇ ਪਤੀ ਦਾ ਸੁਨੇਹਾ ਲੈ ਕੇ ਆਈ ਹਾਂ ਜੱਲਣ ਭਗਤ ਜੀ, ਵੀ ਆਹ ਜਿਹੜਾ ਮੁਜਰਮ ਫੜਿਆ ਹੋਇਆ ਨਾ, ਜਿਹਦੇ ਹੱਥਕੜੀਆਂ ਲੱਗੀਆਂ, ਬੇੜਾਂ 'ਚ ਬੇੜੀਆਂ ਪਾਈਆਂ ਨਾ, ਇਹ ਤੁਹਾਡਾ ਮੁਜਰਮ ਹੈ। ਕਹਿੰਦਾ ਬੀਬੀ
ਇਹਦੀ ਸਿਫਾਰਿਸ਼ ਨਾ ਕਰੋ। ਇਹ ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ, ਲੋਕਾਂ ਤੋਂ ਰਿਸ਼ਵਤਾਂ ਲੈਂਦਾ ਰਿਹਾ। ਉਹ ਕਹਿੰਦੇ ਜੀ ਮੈਨੂੰ ਨਹੀਂ ਪਤਾ ਵੀ ਕੀ ਕਰਦਾ ਰਿਹਾ। ਮੇਰੇ ਪਤੀ ਨੇ ਕਿਹਾ ਕਿ ਮੈਨੂੰ ਜੀ ਕਹਿੰਦਾ ਰਿਹਾ, ਜਿਹੜਾ ਸੰਤਾਂ ਨੂੰ ਜੀ ਕਹੇ, ਜਿਹੜਾ ਨਾਮ ਦੇ ਮੰਨਣ ਵਾਲਿਆਂ ਨੂੰ ਜੀ ਕਹੇ, ਜਿਹੜਾ ਨਾਮ ਦੀ ਕਮਾਈ ਕਰਨ ਵਾਲਿਆਂ ਨੂੰ ਜੀ ਕਹੇ, ਉਹਦਾ ਲੇਖਾ ਤੂੰ ਛੱਡ ਨਹੀਂ ਸਕਦਾ ਵੀ ਇਹ ਵਿੱਚ ਐਡ ਕਰ ਲੈ ਲੇਖਾ ਇਹਦਾ ਜੀ ਦਾ। ਕਹਿੰਦਾ ਬੀਬੀ ਫਿਰ ਹੁਣ ਲੇਖਾ ਹੀ ਕਾਹਦਾ ਕਰਨਾ, ਹੁਣ ਨਹੀਂ ਲੇਖਾ ਹੋ ਸਕਦਾ। ਜੇ ਕੋਈ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਧਰਮਰਾਜ ਕਹਿੰਦਾ ਹੱਥਕੜੀਆਂ ਖੋਲ ਦਿਓ, ਬੇੜੀਆਂ ਖੋਲ ਦਿਓ, ਜਾਓ ਇਸ ਨੂੰ ਉੱਥੇ ਛੱਡ ਕੇ ਆਓ ਜਿੱਥੇ ਸੰਤ ਭਗਤ ਹਨ, ਕਿਉਂਕਿ ਇਹ ਸੰਤਾਂ ਭਗਤਾਂ ਦਾ ਸਤਿਕਾਰ ਕਰਦਾ ਰਿਹਾ ਹੈ, ਨਾਮ ਜਪਣ ਵਾਲਿਆਂ ਦਾ। ਰਾਮ ਕੀ ਨੇ ਸੋਚਿਆ ਹੁਣ ਇੱਧਰ ਮਾਤ ਲੋਕ ਦੇ ਵਿੱਚ ਗਮੰਡੀ ਹੋਰ ਇਕੱਠੇ ਹੋ ਗਏ ਜੀ, ਭਗਤ ਜੀ ਦੇ ਦੇਖੋ ਜੀ ਬੜਾ ਲੋੜਾ ਹੋਇਆ, ਪੁੱਤਰ ਤਾਂ ਪਹਿਲੇ ਹੀ ਨਹੀਂ ਸੀ, ਹੁਣ ਦੋਨੇ ਜਣੇ ਚੰਗਾ ਗੁਜ਼ਾਰਾ ਕਰਦੇ ਸੀ, ਭਗਤਨੀ ਚੜ੍ਹਾਈ ਕਰ ਗਈ, ਹੁਣ ਬੀਬੀਆਂ ਦਾ ਇਸ਼ਨਾਨ ਤਾਂ ਬੀਬੀਆਂ ਹੀ ਕਰਾਉਂਦੀਆਂ, ਬੰਦੇ ਥੋੜੀ ਕਰਾਉਂਦੇ ਆ। ਬੀਬੀਆਂ ਇਕੱਠੀਆਂ ਹੋਈਆਂ, ਭਗਤਨੀ ਦੀ ਸੇਵਾ ਮਿਲੀ ਆ, ਉਹਨਾਂ ਦਾ ਅੰਤਮ ਇਸ਼ਨਾਨ ਕਰਾਤਾ ਦਹੀਂ ਨਾਲ, ਉਹਨਾਂ ਨੂੰ ਕਫਨ ਪਹਿਨਾ ਦਿੱਤਾ, ਵਿਵਾਹਨ ਤਿਆਰ ਹੋ ਗਿਆ, ਸੰਸਕਾਰ ਕਰਨ ਲਈ ਲੱਕੜਾਂ ਤਿਆਰ ਹੋ ਗਈਆਂ, ਸਮੱਗਰੀ ਤਿਆਰ ਹੋ ਗਈ। ਅੱਛਾ ਭਾਈ ਜਾਂਦੀ ਵਾਰ ਦੇ ਦਰਸ਼ਨ ਕਰ ਲਓ ਭਗਤਨੀ ਦੇ, ਸਾਰੇ ਲੋਕ ਦਰਸ਼ਨ ਕਰ ਰਹੇ ਨੇ। ਅਜੇ ਅਰਥੀ ਚੁੱਕਣ ਨੂੰ ਤਿਆਰ ਹੀ ਹੈ ਤੇ ਰਾਮ ਕੀ ਉੱਠ ਕੇ ਬੈਠੀ ਹੋ ਗਈ, ਸਾਰੇ ਖੁਸ਼ੀ ਵੱਜ ਗਈ। ਅਖੇ ਜੀ ਭਗਤਣੀ ਜਿਉਂਦੀ ਹੋ ਗਈ, ਜਿਉਂਦੀ ਹੋ ਗਈ। ਜਲਣ ਬੈਠਾ ਸੀ ਬੰਦਿਆਂ ਦੇ ਵਿੱਚ, ਕਹਿੰਦੇ ਵਧਾਈ ਹੋਵੇ ਜੀ ਤੁਹਾਡੇ ਘਰ ਵਾਲੀ ਤਾਂ ਜਿਉਂਦੀ ਹੋ। ਕਹਿੰਦਾ ਵਧਾਈ ਦੇ ਲੱਗਦੇ ਹੋ, ਠਹਿਰੋ ਤੁਸੀਂ। ਪਹੁੰਚਾ ਜਾ ਕੇ ਕਹਿੰਦਾ ਰਾਮ ਕੀ ਤਮਾਸ਼ਾ ਬਣਾਇਆ ਤੈਂ, ਅੱਜ ਤੱਕ ਕਰਾਮਾਤਾਂ ਸਾਂਭ ਕੇ ਰੱਖੀਆਂ, ਆਹ ਸਾਰੀ ਦੁਨੀਆ ਇਹ ਤਾਂ ਕਰਾਮਾਤਾਂ ਦੀ ਪੂਜਾ ਕਰਦੀ ਆ, ਲੋਕਾਂ 'ਚ ਕਰਾਮਾਤਾਂ ਨਹੀਂ, ਪਖੰਡ ਕਰਦੇ ਨੇ ਕਰਾਮਾਤਾਂ ਦਾ, ਤਾਂ ਵੀ ਪੂਜਾ ਕਰਾ ਲੈਂਦੇ ਨੇ। ਮੈਂ ਤਾਂ ਮਜ਼ਦੂਰ ਵਰ ਕੇ ਜ਼ਿੰਦਗੀ ਕੱਟੀ, ਮੈਂ ਲੁੱਕ ਕੇ ਜ਼ਿੰਦਗੀ ਕੱਟੀ, ਤੂੰ ਮੈਨੂੰ ਕਾਸੇ ਜੋਗਾ ਨਹੀਂ ਛੱਡਿਆ, ਤੇ ਤੂੰ ਜਿਉਂਦੀ ਕਿਉਂ ਹੋਈਆਂ। ਲੋਕ ਹੈਰਾਨ, ਦੇਖੋ ਜੀ ਖੁਸ਼ੀ ਦੀ ਬਜਾਏ ਸਮਾਂ। ਕਹਿੰਦੀ ਪਤੀ ਰੋਹ ਪੀ ਰਾਮ ਕੀ। ਕਹਿੰਦੀ ਅੱਜ ਤੱਕ ਤੁਸੀਂ ਮੇਰੇ ਨਾਲ ਕਦੇ ਨਾਰਾਜ਼ ਨਹੀਂ ਹੋਏ। ਕਹਿੰਦੇ ਅੱਜ ਤੱਕ ਤਾਂ ਇਹੋ ਜਿਹਾ ਕੰਮ ਹੀ ਨਹੀਂ ਮਾੜਾ ਕੀਤਾ, ਜੇ ਜਿਉਂਦੀ ਰਹਿਣਾ ਸੀ ਤੂੰ ਮੈਨੂੰ ਦੱਸ ਦਿੰਦੀ, ਮੈਂ ਗੁਰੂ ਹਰਗੋਬਿੰਦ ਸਿੰਘ ਨੂੰ ਬੇਨਤੀ ਕਰਦਾ ਨਿਰੰਕਾਰ ਨੂੰ, ਤੇਰੀ ਉਮਰ ਵਧਾ ਦੇ, ਤੈਨੂੰ ਉਮਰ ਦਾ ਲਾਲਚ ਹੈ। ਕਹਿੰਦੀ ਨਾ ਜੀ ਕੋਈ ਲਾਲਚ ਨਹੀਂ। ਫਿਰ ਜਿਉਂਦੀ ਕੋਈ ਹੋਈਆਂ। ਕਹਿੰਦੀ ਜੀ ਜਿਉਂਦੀ ਨਹੀਂ ਹੋਈ, ਬਸ ਥੋੜਾ ਜਿਹੇ ਸਮੇਂ ਵਾਸਤੇ ਰੱਬ ਤੋਂ ਜ਼ਿੰਦਗੀ ਧਾਰੀ ਲੈ ਕੇ ਆਈਆਂ ਤੁਹਾਡੇ ਨਾਲ ਬੇਨਤੀ ਕਰਨ ਵਾਸਤੇ। ਕਹਿੰਦੇ ਕੀ। ਕਹਿੰਦੇ ਅੱਜ ਤੱਕ ਮੇਰਾ ਇੱਕ ਧਰਮ ਰਿਹਾ, ਤੁਸੀਂ ਜਿਹੜਾ ਮੈਨੂੰ ਕੰਮ ਕਹਿੰਦੇ ਸੀ, ਕੰਮ ਕਰਕੇ ਮੈਂ ਆ ਕੇ ਦੱਸਦੀ ਹੁੰਦੀ ਸੀ ਜੀ ਉਹ ਜਿਹੜਾ ਤੁਸੀਂ ਕੰਮ ਕਿਹਾ ਮੈਂ ਕਰਿਆ ਹੈ, ਕਰ ਦਿੱਤਾ ਹੈ, ਸੇਵਕ ਦਾ ਧਰਮ ਹੈ ਇਹ। ਸਵਾਮੀ ਨੂੰ ਦੱਸੇ ਜੀ ਹੋ ਗਿਆ ਜੀ ਜਿਹੜੇ ਕੰਮ ਨੇ। ਇਸ ਕਰਕੇ ਮੈਂ ਧਰਮਰਾਜ ਦੇ ਜਾ ਕੇ ਸੁਨੇਹਾ ਦੇ ਦਿੱਤਾ ਸੀ, ਧਰਮਰਾਜ ਨੇ ਤੁਹਾਡਾ ਮੁਨਸੀ ਛੱਡ ਦਿੱਤਾ। ਉਹ ਕਹਿੰਦਾ ਜੇ ਕੋਈ ਜੀਓ ਕਹੇ ਉਹਨਾਂ ਕੋ ਤਾਂ ਜਮ ਕੀ ਤਲਬ ਨਾ ਹੋਈ। ਹੁਣ ਮੈਂ ਲੇਖਾ ਕੀ ਕਰਨਾ। ਧਰਮਰਾਜ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝੋ। ਕਹਿੰਦਾ ਰਾਮ ਕੀ ਰੋ ਨਾ, ਬੇ ਕੋਈ ਗੱਲ ਨਹੀਂ, ਵੀ ਗਲਤੀ ਤੇਰੀ ਪਹਿਲੀ ਗਲਤੀ ਹੋਈ ਹੈ, ਮੈਂ ਮਾਫ ਕਰਦਾ, ਰੱਬ ਵੀ ਤੈਨੂੰ ਮਾਫ ਕਰੇ, ਪਰ ਤੈਨੂੰ ਆਉਣ ਦੀ ਲੋੜ ਨਹੀਂ ਸੀ। ਮੈਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਸੁਨੇਹਾ ਸੁਣਦਿਆਂ ਹੀ ਧਰਮਰਾਜ ਇਹਨੂੰ ਨਰਕ 'ਚ ਨਹੀਂ ਸਿੱਟ ਸਕਦਾ। ਬੇਇੱਜ਼ਤ ਹੋਣ ਵਾਲੇ ਲੋਕਾਂ ਦੀ ਵੀ ਇੱਜ਼ਤ ਹੋ ਜਾਂਦੀ ਹੈ, ਜਿਹੜੇ ਸੰਤਾਂ ਦੀ ਸੰਗਤ ਕਰਨ ਵਾਲੇ ਨੇ। ਮੰਨੈ ਪਤ ਸਿਉ ਪ੍ਰਗਟ ਜਾਏ। ਪਤ ਇੱਜ਼ਤ ਰਾਮ ਕੀ ਦੀ ਤਾਂ ਇੱਜ਼ਤ ਹੋਈ, ਉਹ ਪਾਪੀ ਦੀ ਵੀ ਇੱਜ਼ਤ ਹੋ ਗਈ ਨਾਲ। ਕਿ ਸਿੱਧੋ ਇਹ ਨਾਮ ਦੀਆਂ ਬਰਕਤਾਂ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ। ਇਸੇ ਪ੍ਰਕਾਰ ਅੱਗੇ ਹੋਰ ਦੱਸਦੇ ਹਨ ਜੀ। ਮੰਨੈ ਮਗਨ ਚੱਲੈ ਪੰਥ। ਮਹਾਰਾਜ ਕਹਿੰਦੇ ਉਸ ਨਾਮ ਦੇ ਮੰਨਣ ਵਾਲੇ ਜਿਹੜੇ ਗੁਰਮੁਖ ਨੇ, ਪੰਥ ਨਾਮ ਹੁੰਦਾ ਹੈ ਭੇਖਾਂ ਦਾ, ਤੇ ਜਿਹੜੇ ਨਾਮ ਦੇ ਮੰਨਣ ਵਾਲੇ ਨੇ ਉਹ ਭੇਖੀ ਨਹੀਂ ਬਣਦੇ। ਮਗ ਭੇਖਾਂ ਦੇ ਮਗ ਰਸਤੇ ਨਾ ਇਨਕਾਰ ਦਾ ਵਾਚਕ ਸ਼ਬਦ ਹੈ ਨੰਨਾ, ਨਹੀਂ ਚੱਲਦੇ, ਦਿਖਾਵਾ ਨਹੀਂ ਕਰਦੇ। ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਸ ਨਰਕ ਮੌਲੀਨ। ਭੇਖੀ ਪ੍ਰਭੂ ਨਾ ਪਾਈ ਹੈ ਬਿਨ ਸੱਚੀ ਸਿੱਖੰ।
ਉਹ ਭੇਖੀ ਨਹੀਂ ਬਣਦੇ। ਪੰਥੀ ਇਹ ਜਿਹੜੇ ਭੇਖਾਂ ਵਾਲੇ, ਪਖੰਡ ਕਰਨ ਵਾਲੇ, ਉਸ ਰਸਤੇ ਨਾ ਚੱਲੇ, ਨਹੀਂ ਚੱਲਦੇ। ਉਸ ਮੱਗ ਰਸਤੇ, ਪੰਥਾਂ ਦੇ, ਭੇਖਾਂ ਦੇ ਰਸਤੇ ਨਹੀਂ ਚੱਲਦੇ। ਉਹ ਗੁਰਮੁਖ ਨਾਨਾ ਪ੍ਰਕਾਰ ਦੀ ਜਿਹੜੀਆਂ ਉਪਾਸਨਾ ਦਾ ਜਿਹੜਾ ਮੱਗ ਹੈ, ਇਹ ਵੀ ਮੱਗ ਨਾਮ ਰਸਤੇ ਪਗ ਡੰਡੀਆਂ ਨੇ, ਇਹ ਰੱਬ ਨੂੰ ਨਹੀਂ ਮਿਲਦੇ ਜਿਹੜੇ ਐਸੇ ਉਪਾਸਕ ਹੁੰਦੇ ਨੇ। ਉਹ ਗੁਰਮਤਿ ਦੇ ਭਗਤੀ ਸਹਿਤ ਗਿਆਨ ਦੇ ਪੰਥ ਰਸਤੇ ਚੱਲਦੇ ਨੇ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਜਮਾਂ ਦੀ ਤਰਾਸ ਡਰ ਇੱਥੇ ਮਿਟਦਾ ਹੈ, ਗੁਰਮੁਖ ਗਾਡੀ ਰਾਹ ਚਲਾਇਆ। ਇਸ ਕਰਕੇ ਉਸ ਪ੍ਰਭੂ ਦੇ ਨਾਮ ਨੂੰ ਮੰਨਣ ਕਰਨ ਵਾਲੇ ਜਿਹੜੇ ਗੁਰਮੁਖ ਨੇ, ਮਗ ਮਾਰਗ, ਕਿਹੜਾ ਮਾਰਗ? ਮੌਤ ਦਾ। ਮੌਤ ਦਾ ਜਿਹੜਾ ਰਸਤਾ ਹੈ, ਪੰਥ ਰਸਤੇ ਉੱਪਰ ਨਾ ਚੱਲੇ, ਨਹੀਂ ਚੱਲਦੇ। ਮੌਤ ਦਾ ਮਾਰਗ ਹੈ ਜਿਹੜਾ, ਮੌਤ ਦਾ ਵੀ ਇੱਕ ਮਾਰਗ ਰਸਤਾ ਹੈ। ਜਿਹੜੇ ਰਸਤੇ ਆ ਕੇ ਮਾਰਦੀ ਹੈ ਮੌਤ, ਉਹ ਇਸ ਰਸਤੇ ਨਹੀਂ ਜਾਂਦੇ। ਜੋ ਪ੍ਰਭੂ ਦੇ ਨਾਮ ਨੂੰ ਮੰਨਣ ਕਰਦੇ ਨੇ ਗੁਰਮੁਖ, ਉਹ ਫਿਰ ਇਹਦੇ ਨਾਲ ਨੰਨਾ ਜੋੜ ਕੇ ਨਾ ਮਗਨ, ਮਸਤ ਹੋ ਕੇ ਚੱਲਦੇ ਨੇ, ਪਰਲੋਕ ਨੂੰ ਮਗਨ ਹੋ ਕੇ। ਪਰ ਪਾਠ ਨਹੀਂ ਆਕਣ ਕਰਨਾ ਤੁਸੀਂ ਕਿਸੇ ਨੇ ਵੀ, ਮਗ ਨਾ ਚੱਲੇ, ਨੰਨਾ ਅਲੱਗ ਰੱਖਣਾ। ਇਹਨੂੰ ਕਹਿੰਦੇ ਨੇ ਗੌਣੀ ਅਰਥ। ਗੌਣੀ ਅਰਥ ਦਾ ਕੀ ਮਤਲਬ ਹੁੰਦਾ ਹੈ? ਜਿਹੜਾ ਕੋਈ ਗੁਣ ਲੈ ਕੇ ਅਰਥ ਕੀਤਾ ਹੋਵੇ। ਇੱਥੇ ਆਪਾਂ ਮਗਨ ਦੇ ਵਿੱਚੋਂ ਗੁਣ ਲੈ ਲਿਆ, ਨੰਨਾ ਤਾਂ ਜੋੜਿਆ, ਪਰ ਪਾਠ ਦੇ ਵਿੱਚ ਨਹੀਂ ਜੁੜ ਸਕਦਾ, ਗਲਤ ਹੋ ਜਾਊਗਾ ਪਾਠ ਫਿਰ। ਤੋ ਇਸ ਕਰਕੇ ਪਾਠ ਉਵੇਂ ਜਿਵੇਂ ਕਰਨਾ ਹੈ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਕਰਾਇਆ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਨਾਮ ਦੇ ਮੰਨਣ ਕਰਨ ਵਾਲੇ ਗੁਰਮੁਖ ਸੰਸਾਰ ਦੀਆਂ ਵਾਸ਼ਨਾਵਾਂ ਅਤੇ ਵਿਸ਼ੇ ਵਿਕਾਰਾਂ ਦੇ ਕਮਾਉਣ ਵਾਲੇ ਮਗ ਨਾਮ ਰਾਹ ਹੈ। ਵਿਸ਼ੇ ਵਿਕਾਰਾਂ ਦੇ ਰਸਤੇ ਨਹੀਂ ਪੈਂਦੇ, ਨਹੀਂ ਚੱਲਦੇ। ਉਹ ਗੁਰਮੁਖ ਦੇ ਸੱਚੇ ਸਿਧਾਂਤ ਵਾਲੇ ਪੰਥ ਰਸਤੇ ਉੱਤੇ ਚੱਲੇ, ਇਹਦੇ ਚੱਲਦੇ ਨੇ, ਉਹਦੇ 'ਚ ਨਹੀਂ ਚੱਲਦੇ। ਮਗ ਨਾਮ ਵੀ ਰਸਤਾ ਹੈ, ਪੰਥ ਨਾਮ ਵੀ ਰਸਤਾ ਹੈ। ਇਹ ਪੰਥ ਦੇ ਰਸਤੇ ਚੱਲਦੇ ਨੇ, ਇਹ ਰਸਤੇ ਨਹੀਂ ਚੱਲਦੇ। ਰਾਹ ਦੋਵੇਂ ਇੱਕ ਜਾਣੇ ਸੋਚੀ ਸੀ, ਕੁਫਰ ਕੋ ਕੁਫਰਾਨ ਪਿਆ ਦਜ ਸੀ। ਰਾਹ ਦੋਵੇਂ, ਰਾਹ ਦੋਨੇ ਪੁੰਨੀਆਂ ਪਾਪੀਆਂ ਦੇ, ਪਰ ਉਪਾਸਕਾਂ ਦੇ, ਪਰ ਗੁਰਮੁਖਾਂ ਦਾ ਰਸਤਾ ਹੀ ਵੱਖਰਾ ਹੈ। ਇਸ ਕਰਕੇ ਰੱਜ ਰੱਜ ਕੇ ਗੁਰਸਿੱਖੀ ਕਮਾਓ ਤਾਂ ਕਿ ਜਮਾਂ ਦੇ ਵਸ ਨਾ ਪੈਣਾ ਪੈ ਜਾਏ, ਧਰਮਰਾਜ ਦੀ ਕਚਹਿਰੀ 'ਚ ਬੇਇੱਜ਼ਤ ਨਾ ਹੋਣਾ ਪੈ ਜਾਏ। ਬੰਦਗੀ ਕਰੋ ਤੇ ਸਿਮਰਨ ਕਰੋ, ਦਿਨ ਰਾਤੀ ਆਰਾਧੋ ਪਿਆਰੋ। ਨਿਮਖ ਨਾ ਕੀਜੈ ਢੀਲਾ, ਇੱਕ ਨਿਮਖ ਜਿੰਨੀ ਢਿੱਡ ਨਾ ਕਰੋ। ਸਮਾਂ ਮਿਲ ਗਿਆ, ਹੱਥੋਂ ਨਿਕਲ ਜਾਏਗਾ। ਹੁਣ ਅੱਗੇ ਦੱਸਦੇ ਹਨ ਜੀ, ਮਨ ਧਰਮ ਸੇਤੀ ਸੰਬੰਧ। ਨਾਮ ਦੇ ਮੰਨਣ ਵਾਲੇ ਜਿਹੜੇ ਗੁਰਮੁਖ ਹਨ, ਉਹਨਾਂ ਦਾ ਧਰਮ ਦੇ ਸੇਤੀ ਹੁੰਦਾ। ਸੇਤੀ ਦਾ ਅਰਥ ਹੈ ਨਾਲ, ਧਰਮ ਦੇ ਨਾਲ ਸੰਬੰਧ ਹੋ ਜਾਂਦਾ ਹੈ। ਜਿਵੇਂ ਸੰਸਾਰ ਨੇ ਸੰਬੰਧੀ ਬਣਾਏ ਹੋਏ ਨੇ, ਇਹ ਮੇਰਾ ਸੰਬੰਧੀ ਹੈ ਜੀ, ਮੇਰਾ ਆਹ ਰਿਸ਼ਤੇਦਾਰ ਲੱਗਦਾ, ਉਹ ਤਾਂ ਧਰਮ ਨੂੰ ਹੀ ਸੰਬੰਧੀ ਬਣਾਉਂਦੇ, ਧਰਮ ਦੇ ਸੰਬੰਧੀ ਬਣ ਕੇ ਰਹਿੰਦੇ ਨੇ। ਭਾਵੇਂ ਕਿੰਨੀਆਂ ਮੁਸੀਬਤਾਂ ਆ ਜਾਣ, ਉਹ ਧਰਮ ਦੇ ਨਾਲੋਂ ਸੰਬੰਧ ਨਹੀਂ ਤੋੜਦੇ। ਜਿਹੜੇ ਅਸਥਾਨ ਤੇ ਆਪਾਂ ਸਾਰੇ ਬੈਠੇ ਹਾਂ, ਇਸ ਅਸਥਾਨ ਦੇ ਤਾਂ ਇਤਿਹਾਸ ਦੀਆਂ, ਸਰਹੰਦ ਦੀਆਂ ਕੱਲੀ ਕੱਲੀ ਇੱਟ ਦੱਸਦੀ ਹੈ ਕਿ ਬਾਬਾ ਫਤਿਹ ਸਿੰਘ ਨੇ ਧਰਮ ਦੇ ਨਾਲ ਕਿਸ ਤਰ੍ਹਾਂ ਸੰਬੰਧ ਰੱਖਿਆ, ਬਾਬਾ ਜੋਰਾਵਰ ਸਿੰਘ ਨੇ, ਮਾਤਾ ਗੁਜਰ ਕੌਰ ਨੇ। ਕਿੰਨੀਆਂ ਮੁਸੀਬਤਾਂ ਆ ਗਈਆਂ। ਭਾਈ ਦਿਆਲੇ ਨੂੰ ਅੱਗ 'ਚ ਉਬਾਲਤਾ, ਧਰਮ ਨਾਲੋਂ ਸੰਬੰਧ ਤੋੜਿਆ ਕਿਤੇ? ਧਰਮ ਦੇ ਨਾਲ ਸੰਬੰਧ ਰੱਖਿਆ। ਮਤੀ ਦਾਸ ਦੇ ਸਿਰ ਤੇ ਆਰਾ ਚੱਲ ਗਿਆ, ਸਤੀ ਦਾਸ ਰੂਹ ਨਾਲ ਬੰਨ੍ਹ ਕੇ ਸ਼ਹੀਦ ਕਰਤਾ। ਮਤੀ ਦਾਸ ਜਿਹੜਾ 2 ਫਾੜੇ ਕਰ ਦਿੱਤੇ ਆਰੇ ਦੇ ਨਾਲ, ਧਰਮ ਨਾਲ ਸੰਬੰਧ ਰੱਖਿਆ। ਸਰੀਰ ਨਾਲ ਸੰਬੰਧ ਰਹੇ ਨਾ ਰਹੇ, ਧਰਮ ਨਾਲ ਸੰਬੰਧ ਰਹਿ ਜਾਏ, ਸਰੀਰ ਤਾਂ ਨਾਸਮਾਨ ਹੈ। ਮੀਰ ਮਨੂ ਦੇ ਅੱਗੇ ਬੀਬੀਆਂ ਨੇ ਕਿੰਨਾ ਸਿਦਕ ਧਰਮ ਨਾਲ ਸੰਬੰਧ ਰੱਖਿਆ। ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਆਂਦਰਾਂ ਦੇ ਹਾਲ ਗਲਾਂ ਵਿੱਚ ਪਾਤੇ ਬੀਬੀਆਂ ਦੇ, ਸਵਾ ਸਮਣ ਪੀਸੇ, ਫਿਰ ਵੀ ਉੱਠ ਕੇ ਅਰਦਾਸ ਕਰਦੀ ਸੀ। ਲਾਹੌਰ ਜੇਲ੍ਹ ਦੇ ਅੰਦਰ, ਹੇ ਸੱਚੇ ਪਾਤਸ਼ਾਹ, 4 ਪਹਿਰ ਸੁੱਖਾਂ ਦਾ ਬਤੀਤ ਹੋਇਆ, ਰਾਤ ਆ ਰਹੀ ਹੈ ਵੀ ਸੁੱਖਾਂ ਦੀ ਬਤੀਤ ਕਰਾਉਣੀ। ਬਾਦਸ਼ਾਹ ਨੇ ਪੁੱਛਿਆ, ਸਿੱਖਣੀਓ ਮੇਰੇ ਇੱਕ ਗੱਲ ਸਮਝ ਨਹੀਂ ਆਈ, ਤੁਹਾਡੇ ਬੱਚੇ ਮਾਰ ਦਿੱਤੇ, ਤੁਹਾਡੇ ਪਤੀ ਮਾਰ ਦਿੱਤੇ, ਤੁਹਾਨੂੰ ਤੁਸੀਂ ਇਹ ਦਿੱਤੇ, ਤੁਹਾਨੂੰ ਖਾਣ ਨੂੰ ਰੋਟੀ ਨਹੀਂ ਦੇ ਰਹੇ ਅਸੀਂ, ਇਹ ਤੁਸੀਂ ਦਿਨ ਨੂੰ ਸੁੱਖ ਨਾਲ ਬਤੀਤ ਕਿਵੇਂ ਕਹਿੰਦੇ ਹੋ? ਇਹਨੂੰ ਦੁੱਖ ਨਹੀਂ ਕਿਹਾ?
ਬੀਬੀ ਸੰਤ ਕੌਰ ਬੋਲੀ, ਕਹਿਣ ਲੱਗੀ, ਜਥੇਦਾਰ ਨਹੀਂ ਸੀ ਇਹਨਾਂ ਦੀ, ਭਾਈ ਮਨੀ ਸਿੰਘ ਦੇ ਘਰੋਂ, ਕਹਿਣ ਲੱਗੀ ਤੁਹਾਡੇ ਸਮਝ ਆਉਣ ਵਾਲੀ ਗੱਲ ਨਹੀਂ ਹੈ ਕਿ ਕੀ ਕਹਿੰਦੇ, ਦੁੱਖ ਤਦੇ ਜਦ ਵਿਸਰ ਜਾਏ। ਸਿੱਖ ਨੂੰ ਦੁੱਖ ਉਦੋਂ ਲੱਗਦਾ ਹੈ ਜਦੋਂ ਨਾਮ ਭੁੱਲ ਜਾਏ। ਸਾਰਾ ਦਿਨ ਅਸੀਂ ਨਾਮ ਜਪਦੀਆਂ ਰਹੀਆਂ, ਇਸ ਕਰਕੇ ਨਾਮ ਤੋਂ ਵੱਡਾ ਸੁੱਖ ਕਿਹੜੀ ਚੀਜ਼ 'ਚ ਹੈ। ਇਸ ਕਰਕੇ ਉਹ ਧਰਮ ਦੇ ਨਾਲ ਸੰਬੰਧ ਰੱਖਿਆ, ਸਰੀਰ ਦੇ ਨਾਲ ਸੰਬੰਧ ਨਹੀਂ ਰੱਖਿਆ। ਉਹ ਪ੍ਰਭੂ ਦੇ ਮੰਨਣ ਕਰਨ ਵਾਲੇ ਜਿਹੜੇ ਗੁਰਮੁਖ ਨੇ, ਧਰਮ ਰਾਜ ਦੇ ਛੇਤੀ ਨਾਲ ਮਿੱਤਰਤਾ ਦਾ ਸੰਬੰਧ ਹੋ ਜਾਂਦਾ ਉਹਨਾਂ ਦਾ। ਜਿਵੇਂ ਭਾਈ ਜੱਲਣ ਦੀ ਗੱਲ ਸੁਣਾ ਕੇ ਹਟਿਆ, ਧਰਮ ਰਾਜ ਉਹਨਾਂ ਦਾ ਮਿੱਤਰ ਹੋ ਜਾਂਦਾ ਹੈ। ਤੇ ਉਹ ਪ੍ਰਭੂ ਦੇ ਨਾਮ ਦੇ ਮੰਨਣ ਕਰਨ ਵਾਲੇ ਗੁਰਮੁਖਾਂ ਦਾ ਧਰਮ ਦੀਨ ਕੀ ਹੋ ਜਾਂਦਾ ਹੈ? ਸਤ, ਸੰਤੋਖ, ਦਇਆ, ਧਰਮ, ਸੰਜਮ, ਵਿਚਾਰ, ਵਿਵੇਕ, ਵੈਰਾਗ, ਖਟ ਸੰਪਤੀ ਤੇ ਕਰਨਾ, ਮੈਤਰੀ, ਮੁਦਤਾ, ਉਪੇਕਸ਼ਾ। ਇਹ ਸ਼ੁਭ ਗੁਣਾਂ ਦੀ ਲਿਸਟ ਹੈ ਜਿਹੜੀ ਸੁਣੀ। ਧਰਮ ਜੋ ਧਰਮ, ਅਰਥ, ਕਾਮ, ਮੋਖ, ਇਹਨਾਂ ਦੇ ਨਾਲ ਸੰਬੰਧ ਹੋ ਜਾਂਦਾ ਹੈ। ਭਾਵ ਕੀ ਹੈ? ਪ੍ਰਾਪਤ ਹੋ ਜਾਂਦੇ ਨੇ। ਇਹ ਸਾਰਾ ਕੁਝ ਜੋ ਹੈ ਜੀ, ਐਸਾ ਨਾਮ ਨਿਰੰਜਨ ਹੋਏ। ਇਹੋ ਜਿਹਾ ਨਾਮ ਨਿਰੰਜਨ, ਮਲ ਮਾਇਆ ਤੋਂ ਰਹਿਤ, ਜਿਹੜਾ ਕਾਲਖ ਤੋਂ, ਮਾਇਆ ਦੀ ਕਾਲਖ ਤੋਂ ਰਹਿਤ ਹੈ। ਇਹ ਤਾਂ ਉਹੀ ਅਰਥ ਹੋਈ ਜਾਣੇ ਅਖੀਰ ਦੇ ਵਿੱਚ ਜਿਹੜੇ ਪਿੱਛੇ ਵੀ ਸੀ। ਨਾਮ ਮੰਨਣ ਦਾ ਮਹਾਤਮ ਹੋਏ ਹੁੰਦਾ ਹੈ ਕਿ ਮਾਇਆ ਦੀ ਕਾਲਖ ਤੋਂ ਰਹਿਤ ਸੁੱਧ ਸਰੂਪ ਜੋ ਵਾਹਿਗੁਰੂ ਦਾ ਨਾਮ ਮੰਨਣ ਵਾਲੇ ਨੂੰ, ਉਹਦਾ ਸਰੂਪ ਹੀ ਹੋ ਜਾਂਦੇ। ਨਿਰੰਜਨ ਵਾਹਿਗੁਰੂ ਦਾ ਨਾਮ ਹੈ ਜੋ। ਤੋ ਇਸ ਕਰਕੇ ਉਹ ਹੁਣ ਵੀ ਹੈ, ਪਿੱਛੇ ਵੀ ਸੀ, ਅੱਗੇ ਨੂੰ ਵੀ ਹੋਏਗਾ। ਹੋਏ ਹੁਣ ਹੈ, ਪਿੱਛੇ ਸੀ, ਅੱਗੇ ਹੋਏਗਾ। ਆਦਿ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਨਿਰੰਜਨ ਸੁੱਧ ਸਰੂਪ ਵਾਹਿਗੁਰੂ ਰਹੇਗਾ, ਹੋਰ ਸੰਸਾਰ ਦੇ ਅੰਦਰ ਕੋਈ ਨਹੀਂ ਰਹੇਗਾ। ਐਸਾ ਪਰਮੇਸ਼ਰ ਦਾ ਸਿੱਧੋ ਨਾਮ ਹੈ, ਐਸੇ ਨਾਮ ਦਾ ਮੰਨਣ ਹੈ, ਐਸੇ ਨਾਮ ਦਾ ਸੁਣਨ ਹੈ। ਤੇ ਸਿੱਧਾਂ ਨੂੰ ਰਿੱਧੀਆਂ ਸਿੱਧੀਆਂ ਦੇ ਚਸਕੇ ਤੋਂ ਹਟਾ ਕੇ ਰੱਬ ਦੀ ਬੰਦਗੀ ਨਾਲ ਜੋੜਨ ਲੱਗੇ ਨੇ। ਅੱਜ ਸਮੇਰ ਪਰਬਤ ਤੇ ਬੈਠੇ ਮੇਰੇ ਗੁਰੂ ਨਾਨਕ ਸਾਹਿਬ। ਹਾਂਜੀ, ਅੱਗੇ ਫਰਮਾਉਂਦੇ ਨੇ, ਅਖੀਰਲੀ ਤੁਕ ਹੈ, ਜੇ ਕੋ ਮਨ ਜਾਣੈ ਮਨ ਕੋਏ। ਜੇ ਕੋਈ ਮਨ ਮੰਨਣ ਕਰਨਾ ਜਾਣੇ, ਕਾਹਦੇ ਨਾਲ? ਮਨ ਹੋਏ। ਮਨ ਕਰਕੇ ਪ੍ਰਭੂ ਦੇ ਨਾਮ ਨੂੰ, ਮਨ ਹਿਰਦੇ ਦਾ ਨਾਮ ਹੈ ਅੰਤਿਸ਼ਕਰਨ ਦਾ, ਮਨ ਕਰਕੇ ਮੰਨਣ ਕਰ ਲਵੇ। ਉਹ ਫਿਰ ਕੀ ਹੁੰਦਾ ਹੈ? ਨਿਰੰਜਨ ਸੁੱਧ ਸਰੂਪ ਵਾਹਿਗੁਰੂ ਦਾ ਰੂਪ ਹੀ ਹੋ ਜਾਂਦਾ ਹੈ। ਭਾਵ ਕੀ ਬਣਿਆ ਕਿ ਤਰ ਜਾਂਦਾ ਹੈ। ਉਹ ਸੰਸਾਰ ਸਮੁੰਦਰ ਦੇ ਵਿੱਚ ਨਰਕਾਂ 'ਚ ਗੋਤੇ ਨਹੀਂ ਖਾਂਦਾ ਹੈ। ਇਸ ਕਰਕੇ ਇਸ ਪੌੜੀ ਦਾ ਜਿਹੜਾ ਮੁੱਖ ਭਾਵ, ਯਾਨੀ ਨਿਚੋੜ ਇਸ ਪੌੜੀ ਦਾ ਜਿਹੜਾ ਹੈ, ਉਹ ਕੀ ਹੈ? ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਇਸ ਪੌੜੀ ਦਾ ਸਮੁੱਚਾ ਭਾਵ, ਸਮੁੱਚਾ ਭਾਵ ਕੀ ਹੈ? ਕਿ ਜਿਹੜਾ ਨਾਮ ਦਾ ਮੰਨਣ ਕਰਨ ਵਾਲੇ ਨੇ, ਉਹਨਾਂ ਨੂੰ ਪ੍ਰਲੋਕ ਦੇ ਵਿੱਚ ਜਾਂ ਫਿਰ ਪ੍ਰੇਮਾ ਭਗਤੀ, ਪ੍ਰਲੋਕ ਦੇ ਰਸਤੇ ਵਿੱਚ ਜਾਂ ਪ੍ਰੇਮਾ ਭਗਤੀ ਦੇ ਰਸਤੇ ਵਿੱਚ, ਗਿਆਨ ਮਾਰਗ ਦੇ ਰਸਤੇ ਵਿੱਚ ਕਿਸੇ ਪ੍ਰਕਾਰ ਦਾ ਵੀ ਕੋਈ ਠਾਕ, ਜੋ ਪਿੱਛੇ ਅਰਥ ਸੁਣੇ ਨੇ, ਉਹ ਰੁਕਾਵਟ, ਵਿਘਨ ਨਹੀਂ ਆਉਂਦੀ। ਉਹ ਪ੍ਰਗਟ ਹੀ ਪ੍ਰਤੱਖ ਰੂਪ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੇ ਨੇ। ਪਰਮੇਸ਼ਰ ਦਾ ਨਾਮ ਮੰਨਣ ਵਾਲੇ ਗੁਰਮੁਖ ਦੇਵੀ ਦੇਵਤਿਆਂ ਦੀ ਉਪਾਸਨਾ ਤੇ ਪਖੰਡ ਆਦਿ ਦੇ ਰਸਤਿਆਂ, ਮਗ ਰਸਤਿਆਂ ਦੇ ਉੱਪਰ ਨਹੀਂ ਚੱਲਦੇ। ਉਹਨਾਂ ਦਾ ਸਤਿਗੁਰੂ ਜੀ ਦੇ ਬਖਸ਼ੇ ਹੋਏ ਧਰਮ ਦੇ ਨਾਲ ਹੀ ਸੰਬੰਧ ਹੁੰਦਾ ਹੈ, ਧਰਮ ਸਥਿਤੀ ਸੰਬੰਧ। ਇਹ ਪੌੜੀ ਦਾ ਜਿਹੜਾ ਨਿਚੋੜ ਮੁੱਖ ਭਾਵ ਜਿਹੜਾ ਸੀ, ਇਹ ਥੋੜੇ ਅੱਖਰਾਂ ਦੇ ਵਿੱਚ, ਕਿਉਂਕਿ ਹਰੇਕ ਪੌੜੀ ਤੋਂ ਬਾਅਦ ਪਿੱਛੇ ਤੋਂ ਹੀ ਵਿਚਾਰ ਆਪਾਂ ਕਰਦੇ ਆਏ ਵੀ ਇਸ ਪੌੜੀ ਦਾ ਮੁੱਖ ਭਾਵ ਆ ਹੈ, ਇਸ ਪੌੜੀ ਦਾ ਸਿਧਾਂਤ ਆ ਹੈ। ਇੱਕ ਤਾਂ ਇਹਦੇ ਨਾਲ ਸੁਣੇ ਹੋਏ ਅਰਥ ਜਿਹੜੇ ਦੁਬਾਰੇ ਸਿਮਰਤੀ ਵਿੱਚ ਆ ਜਾਂਦੇ ਆ ਕਿ ਕੀ ਸੁਣਿਆ ਥੋੜੇ ਸਮੇਂ ਦੇ ਵਿੱਚ, ਇੱਕ ਵਾਰੀ ਉਹ ਦੁਬਾਰੇ ਸੁਰਤ ਦੇ ਵਿੱਚ ਨੂੰ ਸਾਰੀ ਗੱਲ ਲੰਘ ਜਾਂਦੀ ਵੀ ਹਾਂ ਇਹ ਇਸ ਗੱਲ ਦੇ ਬਾਰੇ ਕਿਹਾ, ਇਸ ਗੱਲ ਦੇ ਬਾਰੇ ਕਿਹਾ। ਸਿਧਾਂਤ ਵਿੱਚ ਬਿਨਾਂ ਅੱਖਰ ਬੋਲੇ ਅਰਥਾਂ ਦੀ ਲੜੀ ਸੁਣਾਈ ਜਾਂਦੀ ਹੈ। ਅਸਲ ਦੇ ਵਿੱਚ ਸੰਖੇਪ ਨਾਲ ਪੂਰੀ ਪੌੜੀ ਦੀ ਲੜੀ ਜਿਹੜੀ ਹੈ ਉਹ ਸੁਣੀ। ਗੁਰੂ ਕਿਰਪਾ ਕਰੇ, ਇਹ 62 ਅੱਖਰਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਹ ਸਾਰਾ
ਸਿਧਾਂਤ ਜਿਹੜਾ ਸੀ ਅੱਜ ਦਾ, ਆਓ ਹੁਣ ਇੱਥੇ ਲੜੀਵਾਰ ਕਥਾ ਦੀ ਚਲਦੀ ਹੋਈ ਵਿਚਾਰ ਜੋ ਮਹਾਰਾਜ ਨੇ ਬਖਸ਼ਿਆ ਆਪਾਂ ਸਾਰਿਆਂ ਨੂੰ, ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਕਰਨਗੇ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।